ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੰਦ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਤਾਤੇ ਮੋਹਿ ਧਾਰੀ, ਓਟ ਗੋਪਾਲ। ਸਰਨ ਪਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ। ਰਹਾਉ ਸੁਰਗ ਮਿਰਤ ਭਇਆਲ ਭੂਮੰਡਲ, ਸਗਲ ਵਿਆਪੇ ਮਾਏ। ਜੀ ਉਦਾਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀ ਨੇ ਨਹੀਂ ਨਾ ਫਤਿਹ ਬੁਲਾਈ, ਉਹ ਫਿਰ ਇੱਕ ਵਾਰੀ ਗੱਜ ਕੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ, ਸਰਬ ਸ਼ਕਤੀਮਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਭਾਗਾਂ ਦੇ ਨਾਲ ਇਹ ਘੜੀਆਂ ਪ੍ਰਾਪਤ ਹੁੰਦੀਆਂ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਹੋ ਜਿਹਾ ਆਨੰਦ
ਇਹੋ ਜਿਹਾ ਸਤਿਗੁਰੂ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਸਤਸੰਗਤ, ਇਹ ਸਮਾਂ ਸਤਿਗੁਰੂ ਆਪ ਹੀ ਬਖਸ਼ਿਸ਼ ਕਰਦੇ ਨੇ। ਫਿਰ ਇਸ ਪਾਵਨ ਪਵਿੱਤਰ ਅਸਥਾਨ ਵਾਸਤੇ ਤਾਂ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ। ਹਰ ਗੁਰਸਿੱਖ ਦੇ ਮਨ ਦੀ ਤਮੰਨਾ, ਇਹ ਆਸਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਜੋਦੜੀ ਅਰਦਾਸ ਹੈ, ਅਤੇ ਸਤਿਗੁਰੂ ਜੀ ਨੇ ਉਸ ਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਕੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੇ ਜਿੱਥੇ ਦਰਸ਼ਨ ਦੀਦਾਰੇ ਕਰਦੇ ਹਨ, ਤੁਰ ਕੀ ਬਾਣੀ ਦਾ ਕੀਰਤਨ, ਗੁਰੂ ਕੇ ਹੁਕਮ ਨਾਵੇਂ, ਪਾਵਨ ਪਵਿੱਤਰ ਸਰੋਵਰ ਦੇ ਇਸ਼ਨਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ, ਸੰਗਤਾਂ ਆਨੰਦ ਲੈ ਰਹੀਆਂ ਹਨ। ਆਓ ਹੁਣ ਜੋ ਕਥਾ ਦਾ ਸਮਾਂ ਆਇਆ ਹੈ, ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਬਖਸ਼ਿਸ਼ਾਂ ਕੀਤੀਆਂ ਹਨ। ਜੋ ਸਤਿਗੁਰੂ ਜੀ ਨੇ ਅੱਜ ਅੰਮ੍ਰਿਤ ਵੇਲੇ ਆਪਾਂ ਨੂੰ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦਾ ਹੁਕਮ ਸਰਵਣ ਕਰੀਏ, ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਹੁਕਮ ਸਾਡੇ ਹਿਰਦੇ ਵਿੱਚ ਵਸ ਆਵੇ, ਅਸੀਂ ਕਮਾ ਸਕੀਏ। ਇਹੀ ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਹਨ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਫਿਰਤ ਫਿਰਤ ਭੇਟੇ ਜਨ ਸਾਧੂ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਗੁਰੂ, ਜਗਤ ਨੂੰ ਤਾਰਨਹਾਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਵਿੱਚ ਮਿਹਰ ਕਰਦੇ ਹਨ। ਫਿਰਤ ਫਿਰਤ ਭੇਟੇ ਜਨ ਸਾਧੂ, ਕਿ ਜਦੋਂ ਕਈ ਵਾਰ ਮਨੁੱਖ ਬਹੁਤ ਭਟਕਦਾ ਰਹਿੰਦਾ ਹੈ, ਤਲਾਸ਼ ਵਿੱਚ ਵੀ ਹੁੰਦਾ ਹੈ, ਅਤੇ ਬਹੁਤ ਵਾਰ ਪਦਾਰਥਾਂ ਵਿੱਚ ਹੀ ਬਿਰਤੀ ਖਚਿਤ ਹੋਈ ਰਹਿੰਦੀ ਹੈ। ਪਰ ਇਹੋ ਜਿਹਾ ਸਮਾਂ ਵੀ ਆ ਜਾਂਦਾ ਹੈ ਜਦੋਂ ਗੁਰੂ ਕੇ ਪਿਆਰਿਆਂ ਦਾ ਮਿਲਾਪ ਹੋ ਜਾਂਦਾ ਹੈ, ਜਿਨ੍ਹਾਂ ਆਪ ਗੁਰਬਾਣੀ ਦਾ ਜਾਪ ਜਪਿਆ, ਵਾਹਿਗੁਰੂ ਨਾਮ ਦੀ ਅਰਾਧਨਾ ਕੀਤੀ, ਬੰਦਗੀ ਕੀਤੀ, ਭਾਉ ਭਗਤੀ ਵਿੱਚ ਸਮਾਂ ਬਤੀਤ ਕੀਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਇਹੋ ਜਿਹੇ ਸਾਧੂ ਸੰਤ ਪ੍ਰਾਪਤ ਹੋ ਜਾਂਦੇ ਨੇ, ਉਦੋਂ ਜ਼ਿੰਦਗੀ ਦਾ ਪਲਟਾ ਆ ਜਾਂਦਾ ਹੈ। ਸਤਿਗੁਰੂ ਜੀ ਅੱਜ ਸਾਨੂੰ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਕਿ ਭਾਈ ਸੰਤ ਕੀ ਹੁੰਦਾ ਹੈ, ਸੰਤ ਦਾ ਪਰਉਪਕਾਰ ਕਿਵੇਂ ਹੁੰਦਾ ਹੈ, ਸੰਤ ਨਾਲ ਮਿਲਦਾ ਲਾਭ ਕੀ ਹੁੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਹਨ। ਫਿਰਤ ਫਿਰਤ ਭੇਟੇ ਜਨ ਸਾਧੂ, ਜਨ ਨਾਮ ਵੀ ਸੇਵਕ ਦਾ ਹੈ, ਸਾਧੂ ਨਾਮ ਮਹਾਂਪੁਰਖ ਦਾ ਹੈ। ਬਹੁਤ ਥਾਵਾਂ 'ਤੇ ਸਤਿਗੁਰੂ ਪ੍ਰਥਾਏ ਵੀ ਸਾਧੂ ਆਇਆ ਹੈ, ਪਰ ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਕਿਉਂਕਿ ਇਸੇ ਪੰਕਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਖੋਲ੍ਹ ਕੇ ਆਪਾਂ ਨੂੰ ਸਪਸ਼ਟ ਕਰ ਦੇਣਾ ਕਿ ਜ਼ਿੰਦਗੀ ਦੇ ਵਿੱਚ ਭਟਕਦਿਆਂ ਫਿਰਦਿਆਂ ਇਹੋ ਜਿਹਾ ਸਮਾਂ ਆ ਜਾਂਦਾ ਜਦੋਂ ਨਾਮ ਜਪਣ ਵਾਲੇ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਪੂਰਾ ਗੁਰ ਸਮਝਾਇਆ, ਫਿਰ ਉਹ ਪੂਰੇ ਗੁਰੂ ਵਾਸਤੇ, ਪੂਰੇ ਗੁਰੂ ਪ੍ਰਤੀ ਸਮਝਾ ਦਿੰਦੇ ਨੇ ਕਿ ਭਾਈ ਐਵੇਂ ਨਾ ਭਟਕਦਾ ਫਿਰੀ, ਅਸਲ ਤੂੰ ਆ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਸ ਗੁਰੂ ਵਾਸਤੇ ਜਿਹਦੇ ਵਾਸਤੇ ਅੱਜ ਸਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਹੁਕਮ ਕੀਤਾ ਹੋਇਆ ਨਾ ਕਿ ਭਾਈ
ਗੁਰਸਿੱਖ ਦੀ ਭਟਕਣਾ ਤਾਂ ਬਿਲਕੁਲ ਹੀ ਖਤਮ ਕਰ ਦਿੱਤੀ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜਦੋਂ ਇਹ ਜੋਤ ਦਸਾਂ ਸਰੂਪਾਂ ਵਿੱਚ ਵਰਤੀ, ਉਦੋਂ ਵੀ ਇਹੋ ਜਿਹੇ ਸਾਧੂ, ਇਹੋ ਜਿਹੇ ਗੁਰੂ ਕੇ ਸਿੱਖ, ਬੇਅੰਤ ਪਰਉਪਕਾਰੀ, ਭਾਈ ਗੋਦੜੀਏ ਵਰਗੇ, ਭਾਈ ਲੱਦਾ ਜੀ ਵਰਗੇ, ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਬੇਅੰਤ ਸਾਧੂ ਪੁੱਜੇ ਹੋਏ, ਜਿਨ੍ਹਾਂ ਨੇ ਬੇਅੰਤ ਜੀਵਾਂ ਦਾ ਉਧਾਰ ਕਰ ਦਿੱਤਾ। ਸੋ ਸਤਿਗੁਰੂ ਪਾਤਸ਼ਾਹ ਜੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਗੁਰਸਿੱਖਾਂ ਦੇ ਸਮੇਤ ਘੋੜੇ ਤੇ ਸਵਾਰ ਹੋ ਕੇ ਜੰਗੀ ਯੋਧੇ ਬਹਾਦਰਾਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਇਸ ਸਥਾਨ ਤੋਂ ਚੱਬੇਵਾਲ ਨੂੰ ਨਿਕਲੇ ਨੇ। ਰਸਤੇ ਵਿੱਚ ਤੁਸੀਂ ਇਤਿਹਾਸ ਜਾਣਦੇ ਹੋ, ਮਾਤਾ ਸੁਲੱਖਣੀ, ਜਿਹਦੇ ਘਰ ਵਿੱਚ ਪੁੱਤਰ ਕੋਈ ਨਹੀਂ ਪਰ ਜਾਇਦਾਦ ਦਾ ਘਾਟਾ ਕੋਈ ਨਹੀਂ, ਤੇ ਉਹਨੇ ਸੁਣਿਆ ਹੋਇਆ ਸੀ ਕਿ ਗੁਰੂ ਘਰ ਦੇ ਵਿੱਚੋਂ ਇਹ ਬਖਸ਼ਾਂ ਹੋ ਸਕਦੀਆਂ ਨੇ, ਤੇ ਮਾਤਾ ਨੇ ਸ਼ਰਧਾ ਭਾਵਨਾ ਸਹਿਤ ਕਿਆ ਸੋਚ ਲਿਆ ਕਿ ਅੱਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦ ਇਸ ਪਾਸੇ ਆਉਣਗੇ ਤਾਂ ਜ਼ਰੂਰ ਬੇਨਤੀ ਕਰਕੇ ਪੁੱਤਰ ਦੀ ਦਾਤ ਮੰਗਣੀ ਸਤਿਗੁਰੂ ਤੋਂ। ਤੇ ਸਤਿਗੁਰੂ ਪਾਤਸ਼ਾਹ ਜੀ ਜਦ ਆਏ ਤੇ ਅਗਾਂਹ ਹੋ ਕੇ ਮਾਤਾ ਜੀ ਨੇ ਫਰਿਆਦ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ, ਘਰ ਵਿੱਚ ਪੁੱਤਰ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਾਤਾ ਵੱਲ ਤੱਕਿਆ, ਮਾਤਾ ਪਾਸੇ ਹੋ ਜਾ, ਤੇਰੇ ਕਰਮਾਂ ਵਿੱਚ ਨਹੀਂ ਆ ਪੁੱਤਰ। ਤੇ ਘੋੜੇ ਨੂੰ ਲਾਈ ਅੱਡੀ, ਸਤਿਗੁਰੂ ਜੀ ਅੱਗੇ ਚਲੇ ਗਏ। ਮਾਤਾ ਨਿਰਾਸ਼ ਹੋ ਗਈ ਤੇ ਸੋਚਦੀ ਹੈ ਵੀ ਇਹ ਤਾਂ ਨਥਾਵਿਆਂ ਦਾ ਥਾਂ ਹੈ, ਨਿਮਾਣਿਆਂ ਦਾ ਮਾਣ ਹੈ, ਇਹ ਤਾਂ ਖਾਲੀ ਝੋਲੀਆਂ ਭਰਨ ਵਾਲਾ ਦਰ ਹੈ, ਮੇਰੇ ਕਰਮਾਂ ਦੇ ਵਿੱਚ ਕੋਈ ਫਰਕ ਹੈ, ਹਲੇ ਮੇਰੀ ਸ਼ਰਧਾ ਦੇ ਵਿੱਚ ਕੋਈ ਫਰਕ ਹੈ। ਹਲੇ ਸੋਚਾਂ ਸੋਚਦੀ ਸੀ। ਪਰਉਪਕਾਰੀ ਭਾਈ ਗੁਰਦਾਸ ਜੀ, ਇਹੋ ਜਿਹੇ ਸਾਧੂ ਫਿਰਤ ਫਿਰਤ ਭੇਟੇ ਜਨ ਸਾਧੂ, ਇਹੋ ਜਿਹੇ ਸਾਧੂ ਮਿਲ ਜਾਣੇ ਕਿਤੇ। ਮਾਤਾ ਕੀ ਗੱਲ ਹੈ, ਨਿਰਾਸ਼ ਕਿਉਂ ਹੋਈ ਬੈਠੀ ਆ? ਸਾਰੀ ਵਿਥਿਆ ਦੱਸੀ। ਲੈ ਮਾਤਾ, ਇਹ ਵੀ ਕੋਈ ਗੱਲ ਹੈ? ਇਹ ਲੋਕ ਪਰਲੋਕ ਦੇ ਰਾਖੇ ਨੇ, ਨਹੀਂ ਕਿਹਾ? ਤੇ ਮਾਤਾ ਜੀ ਹੁਣ ਤੂੰ ਚਲੀ ਜਾ, ਗੁਰੂ ਸਾਹਿਬ ਨੇ ਕਹਿ ਦਿੱਤਾ ਹੈ, ਬਚਨ ਹੋ ਗਏ ਨੇ, ਹੁਣ ਤੇਰੇ ਘਰ ਵਿੱਚ ਤੇ ਪੁੱਤਰ ਹੋਣਾ ਹੀ ਨਹੀਂ, ਇਹ ਨਹੀਂ ਕਿਹਾ। ਭਾਈ ਗੁਰਦਾਸ ਜੀ ਨੂੰ ਤਾਂ ਹੋਰ ਵੀ ਉਦੋਂ ਉੱਪਰ ਪੱਕ ਸ਼ਰਧਾ ਹੈ ਵੀ ਜੇ ਸਤਿਗੁਰੂ ਨੇ ਬਚਨ ਇਹ ਕਿਹਾ ਹੈ ਨਾ ਵੀ ਤੇਰੇ ਕਰਮਾਂ 'ਚ ਹੈ ਨਹੀਂ, ਤੇ ਮਹਾਰਾਜ ਹੁਣ ਕਰ ਦੇਣ, ਕਰਮਾਂ 'ਚ ਕਰਮ ਬਦਲ ਦੇਣ। ਮਹਾਰਾਜ ਕੀ ਨਹੀਂ ਕਰ ਸਕਦੇ? ਕਰਨ ਕਾਰਨ ਸਮਰੱਥ ਇਸੇ ਨੂੰ ਕਹਿੰਦੇ ਨੇ ਨਾ। ਪਰ ਭਾਈ ਗੁਰਦਾਸ ਜੀ ਨੂੰ ਤਾਂ ਪਤਾ ਸੀ, ਕਹਿੰਦੇ ਮਾਤਾ ਤੂੰ ਫਿਕਰ ਨਾ ਕਰ। ਫਿਰ ਜੁਗਤੀ ਵੀ ਕੋਲੋਂ ਦੱਸੀ, ਕਹਿੰਦੇ ਆਹ ਲੈ ਕਲਮ, ਆਹ ਲੈ ਕਾਗਜ਼, ਆਹ ਲੈ ਸਿਆਹੀ, ਜਦੋਂ ਕੱਲ੍ਹ ਨੂੰ ਗੁਰੂ ਸਾਹਿਬ ਆਏ ਨਾ ਤੇ ਭਰੋਸਾ ਰੱਖੀ, ਮਨ ਵਿੱਚ ਰੱਖੀ ਸ਼ਰਧਾ, ਤੇ ਜੇ ਕੱਲ੍ਹ ਨੂੰ ਫਿਰ ਸਤਿਗੁਰੂ ਜੀ ਨੇ ਇਹ ਬਚਨ ਕਿਹਾ ਨਾ, ਤੇ ਉਦੋਂ ਫਿਰ ਆਹ ਕਾਗਜ਼ ਤੇ ਕਲਮ ਸਤਿਗੁਰੂ ਜੀ ਨੂੰ ਫੜਾ ਦੇਈ, ਤੇ ਸਿਆਹੀ ਦੀ ਦਵਾਤ ਰੱਖੀ ਆਪਣੇ ਹੱਥ ਵਿੱਚ, ਤੇ ਕਹੀਂ ਸਤਿਗੁਰੂ ਜੀ ਪਹਿਲਾਂ ਵੀ ਤਾਂ ਤੁਸੀਂ ਹੀ ਲਿਖਣਾ ਸੀ ਨਾ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਓ ਤਤ ਮਿਲਾਇਓ। ਨਿਰੰਕਾਰ ਦੀ ਜੋਤ ਤਾਂ ਗੁਰੂ ਨਾਨਕ ਸਾਹਿਬ ਵਿੱਚ ਹੀ ਆਈ ਨਾ, ਤੇ ਉਹੀ ਦਸਾਂ ਪਾਤਸ਼ਾਹੀਆਂ ਵਿੱਚ ਵਰਤੇ ਹੀ। ਇਸ ਕਰਕੇ ਮਾਤਾ ਤੂੰ ਫਿਕਰ ਨਾ ਕਰੀ, ਮਿਲੇਗਾ ਸਭ ਕੁਝ, ਪਰ ਮਿਲੇਗਾ ਸ਼ਰਧਾ ਨਾਲ, ਭਾਵਨਾ ਨਾਲ। ਅਗਲਾ ਦਿਨ ਆਇਆ, ਸਤਿਗੁਰੂ ਜੀ ਫੇਰ ਸੂਰਬੀਰ ਬਹਾਦਰਾਂ ਦੇ ਨਾਲ ਘੋੜੇ ਤੇ ਸਵਾਰ, ਜਾਹੋ ਜਲਾਲ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਆ ਰਹੇ ਨੇ।
ਤੇ ਮਾਤਾ ਨੇ ਹਿੰਮਤ ਕਰਕੇ ਸਤਿਗੁਰੂ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ। ਸਤਿਗੁਰੂ ਜੀ ਕਿਰਪਾ ਕਰੋ। ਮਾਤਾ ਤੂੰ ਕੱਲ੍ਹ ਵੀ ਮਿਲੀ ਸੀ, ਤੈਨੂੰ ਕੱਲ੍ਹ ਵੀ ਦੱਸਿਆ ਸੀ, ਅੱਜ ਤੂੰ ਫੇਰ ਆ ਗਈਆਂ। ਤੈਨੂੰ ਦੱਸਿਆ ਨਾ ਵੀ ਤੇਰੇ ਭਾਗਾਂ ਦੇ ਵਿੱਚ ਪੁੱਤਰ ਹੀ ਹੈ ਨਹੀਂ, ਤੇ ਹੁਣ ਤੂੰ ਦੁਬਾਰਾ ਕਿਉਂ ਆਉਂਦੀਆਂ? ਕਹਿੰਦੀ ਮੇਰੀ ਨਿਮਾਣੀ ਦੀ ਬੇਨਤੀ ਸੁਣ ਲਓ ਮਹਾਰਾਜ। ਹਾਂ ਦੱਸ ਮਾਤਾ। ਸਤਿਗੁਰੂ ਜੀ ਆਹ ਲਓ ਕਾਗਜ਼, ਆਹ ਲਓ ਕਲਮ, ਤੇ ਆ ਮੇਰੇ ਕੋਲ ਦਵਾਤ ਵੀ ਹੈਗੀ, ਸ਼ਾਹੀ ਹੈ ਇਹਦੇ 'ਚ। ਤੇ ਸਤਿਗੁਰੂ ਜੀ ਉੱਥੇ ਤੁਸੀਂ ਹੀ ਲਿਖਣਾ ਸੀ, ਤੇ ਹੁਣ ਲਿਖ ਦਿਓ। ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਤੇ ਜਾਣਦੇ ਸਨ ਕਿ ਪਰਉਪਕਾਰ ਭਾਈ ਗੁਰਦਾਸ ਨੇ ਕੀਤਾ। ਨਹੀਂ ਤੇ ਮਾਤਾ ਨੇ ਕਿੱਥੋਂ ਸਿਆਹੀ ਲੈ ਆਉਣੀ ਸੀ, ਕਿੱਥੋਂ ਕਲਮ ਲੈ ਆਉਣੀ ਸੀ, ਕਿੱਥੋਂ ਇੰਨੀ ਸੋਝੀ ਆ ਜਾਣੀ ਸੀ? ਤੇ ਲਿਆ ਮਾਤਾ, ਲਿਖ ਦਿੰਦੇ ਆ। ਸਤਿਗੁਰੂ ਪਾਤਸ਼ਾਹ ਜੀ ਨੇ ਸਿਆਹੀ ਲਾਈ, ਕਲਮ ਨੂੰ ਹੱਥ ਵਿੱਚ ਕਾਗਜ਼ ਲਿਆ। ਤੇ ਜਿਹੜਾ ਗੁਰਮੁਖੀ ਦਾ ਏਕਾ ਹੈ ਨਾ, ਜੇ ਕੁੰਡੀ ਜੁੜ ਜੇ ਤਾਂ ਏਕਾ, ਨਾ ਜੁੜੇ ਤਾਂ ਉਹ ਸਾਤਾ ਬਣ ਜਾਂਦਾ। ਸਤਿਗੁਰੂ ਜੀ ਨੇ ਪਰਉਪਕਾਰ ਤੇ ਘਟ ਘਟ ਕੇ ਅੰਤਰ ਕੀ ਜਾਣਤਾ। ਪਰਉਪਕਾਰ ਤੇ ਆਪ ਹੀ ਕਰਨਾ ਸੀ, ਬਹਾਨਾ ਬਣ ਗਿਆ। ਘੋੜੇ ਨੇ ਸੁੰਭ ਹਿਲਾਤਾ ਤੇ ਕੁੰਡੀ ਜੁੜੀ ਨਾ, ਸਾਤਾ ਬਣ ਗਿਆ। ਸਤਿਗੁਰੂ ਜੀ ਮੁਸਕਰਾਏ ਤੇ ਮਾਤਾ ਡਰ ਗਈ। ਮਾਤਾ ਘਬਰਾ ਨਾ, ਤੇਰੇ ਵਾਸਤੇ 7 ਪੁੱਤਰ ਲਿਖ ਗਏ, 7। ਤੇ ਮਾਤਾ ਜੀ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਸਤਿਗੁਰੂ ਜੀ ਮੈਂ ਨਿਮਾਣੀ ਡਰਦੀ ਨਹੀਂ, ਇੱਕ ਮੰਗਿਆ, ਇੰਨਾ ਕਾਰੋਬਾਰ ਤਾਂ 7 ਹੀ ਸਾਂਭ ਸਕਦੇ ਸੀ। ਬਹੁਤੀ ਕਿਰਪਾ ਹੋਈ ਆਪ ਜੀ ਦੀ। ਫਿਰ 7 ਪੁੱਤਰ ਹੋਏ ਭਾਈ, 7 ਪੁੱਤਰ ਹੋਏ ਮਾਤਾ ਦੇ। ਇਹੋ ਜਿਹੇ ਸਾਧੂ ਸਮੇਂ ਆਉਂਦੇ ਰਹਿੰਦੇ ਨੇ। ਮੈਨੂੰ ਇਹ ਘਟਨਾ ਯਾਦ ਆ ਗਈ। ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਅਸੀਂ ਯੂਪੀ ਵਿੱਚ ਸਾਂ। ਇੱਕ ਗੁਰਸਿੱਖ ਪਰਿਵਾਰ ਭਟਕ ਗਿਆ। ਤੁਹਾਨੂੰ ਯਾਦ ਹੋਣਾ 1974-75 ਦੇ ਵਿੱਚ ਨਾ ਇੱਕ ਸਟੋਪ ਦੇਵਤਾ ਚੱਲਿਆ ਸੀ। ਸਟੋਪ ਦੇਵਤਾ ਬੜੀ ਉਹਦੀ ਚਰਚਾ ਹੋ ਗਈ। ਯੂਪੀ ਦੇ ਵਿੱਚ ਵੀ ਚੰਗਾ ਭਲਾ ਗੁਰਸਿੱਖ ਪਰਿਵਾਰ, ਉਹਨਾਂ ਦੇ ਘਰੇ ਵੀ ਇਕੱਠ ਹੋਣ ਲੱਗ ਪਿਆ। ਉਹਨਾਂ ਦੀ ਬੀਬੀ, ਇੱਕ ਕੁਆਰੀ ਬੀਬੀ, ਉਹ ਧੋ ਮਾਂਜ ਕੇ ਸਟੋਪ ਰੱਖ ਲੈਂਦੀ ਥਾਲੀ ਤੇ ਲੋਕ ਆ ਕੇ ਆਪੋ ਆਪਣੀਆਂ ਗੱਲਾਂ ਪੁੱਛਦੇ, ਤੇ ਉਹਦੀ ਚਰਚਾ ਬੜੀ ਹੋ ਗਈ। ਉਹ ਕਥਾ ਸੁਣਨ ਆਇਆ ਤੇ ਉਹਨੇ ਸੰਤਾਂ ਮਹਾਂਪੁਰਖਾਂ ਕੋਲ ਬਚਨ ਕੀਤਾ ਕਿ ਮਹਾਰਾਜ ਜੀ ਮੇਰੀ ਪੁੱਤਰੀ ਦੀ ਬੜੀ ਮਨਤਾ ਹੋ ਗਈ ਤੇ ਲੋਕ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਇਹ ਦੇਵੀ ਹੈ, ਇਹ ਫਲਾਨਾ ਹੈ। ਤੇ ਮਹਾਂਪੁਰਖ ਕਹਿੰਦੇ ਭਾਈ ਭਟਕਣਾ ਨਹੀਂ, ਅਸੀਂ ਗੁਰੂ ਕੇ ਸਿੱਖ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ, ਇਹ ਤੋਂ ਪਾਸੇ ਨਹੀਂ ਜਾਣਾ। ਕੁਛ ਨਹੀਂ ਪਿਆ ਦੇ ਸਟਾਪਾਂ ਦੇ ਵਿੱਚ, ਇਹ ਐਵੇਂ ਪਖੰਡ ਨੰਬਰ ਨੇ, ਤੁਸੀਂ ਵੀ ਭੁਲੇਖੇ 'ਚ ਪੈ ਗਏ ਤੇ ਫਿਰ ਤੁਸੀਂ ਘਰੇ ਚੱਲੋ ਮਹਾਂਪੁਰਖੋ। ਕਹਿੰਦੇ ਚਲੋ ਭਾਈ। ਅਸੀਂ ਵੀ ਨਾਲ ਚਲੇ ਗਏ, ਸਾਰੇ ਚਲੇ ਗਏ। ਸਿੰਘ, ਬਹੁਤ ਸਾਰੇ ਸਿੰਘ, ਰਾਗੀ ਭਾਈ ਰਾਮ ਸਿੰਘ ਜੀ ਨੇ ਪ੍ਰੋਗਰਾਮ ਬਣਾਏ ਹੋਏ ਸੀ ਉੱਥੇ, ਉਹ ਵੀ ਨਾਲ ਚਲੇ ਗਏ। ਤੇ 2 ਕਿੱਲੇ ਪਿੱਛੇ ਬੱਸ ਰੁਕ ਗਈ, ਅੱਗੇ ਥਾਂ ਨਹੀਂ ਸੀ ਜਾਣ ਨੂੰ, ਰਸਤਾ ਛੋਟਾ ਸੀ, ਤੁਰ ਕੇ ਹੀ ਗਏ ਖੇਤਾਂ ਵਿੱਚ ਦੀ। ਤੇ ਹੋਰ ਵੀ ਲੋਕ ਆਸੇ ਪਾਸੇ ਬੈਕਾਂ ਤੋਂ ਆ ਗਏ, ਵਾਹਵਾ ਇਕੱਠ ਹੋ ਗਿਆ ਘਰੇ। ਹੁਣ ਸਾਰਿਆਂ ਦੇ ਸ਼ੰਕੇ ਦੂਰ ਕਰਨੇ ਸੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਵੀ ਨਾਲ, ਹੋਰ ਵੀ ਬਹੁਤ ਸਾਰੇ ਸਿੰਘ ਨਾਲ ਸੀਗੇ। ਤੇ ਮਹਾਂਪੁਰਖ ਚੌਂਕੜਾ ਮਾਰ ਕੇ ਸੱਜ ਗਏ। ਸਾਰੇ ਸਿੰਘਾਂ ਨੂੰ ਕਹਿੰਦੇ ਸਾਜੋ ਭਾਈ। ਤੇ ਉਸ ਬੱਚੀ ਨੂੰ ਕਿ ਲਿਆ ਪੁੱਤਰੀ, ਦੱਸ ਤੇਰੇ ਕੋਲੇ ਕੀ ਆ? ਤੇ ਉਹਦੀ ਮਾਤਾ ਪਿੱਛੇ ਖੜੀ ਕਹਿਣ ਲੱਗੀ, ਹੇ ਮਹਾਰਾਜ ਤੂੰ ਦ੍ਰੋਪਦੀ ਦੀ ਲਾਜ ਰੱਖੀ, ਮੇਰੀ ਧੀ ਦੀ ਵੀ ਲਾਜ ਰੱਖੀ। ਤੇ ਸੰਤ ਫਿਰ ਐਨ ਪੂਰੇ ਬੀਰ ਰਸ ਦੇ ਵਿੱਚ ਬੋਲੇ, ਮਾਤਾ ਗੱਲ ਸੁਣ ਸਾਡੀ,
द्रौपदी ਦੀ ਲਾਜ ਰੱਖੀ ਸੀ, ਉਹਦੀ ਪੱਤ ਲਾਈ ਜਾ ਰਹੀ ਸੀ। ਅਸੀਂ ਪੱਤ ਲਾਉਣ ਨਹੀਂ, ਪੱਤ ਢਕਣ ਆਏ ਆ। ਸਭ ਸ਼ਾਂਤ ਹੋ ਗਏ। ਕਹਿੰਦੇ ਦੱਸ ਬੀਬੀ ਕੀ ਆ ਤੇਰੇ ਕੋਲ? ਉਹ ਵਿਚਾਰੀ ਡਰ ਗਈ। ਕਹਿੰਦੇ ਡਰ ਨਾ ਪੁੱਤਰ, ਤੂੰ ਦੱਸ ਕੀ ਹੈ? ਕਹਿੰਦੀ ਜੀ ਮੈਂ ਥਾਲੀ ਮੋਢੀ ਮਾਰ ਕੇ ਤੇ ਸਟੋਪ ਰੱਖ ਦਿੰਨੀ ਆ, ਇਹਦੇ ਚੋਂ ਬੋਕੀ ਕੱਢੀ ਹੋਈ ਆ, ਇਹ ਧੋਤਾ ਮਾਂਜਿਆ ਹੋਇਆ ਹੈ, ਮੈਨੂੰ ਜਿਹੜੀ ਕੋਈ ਮਰਜ਼ੀ ਗੱਲ ਪੁੱਛ ਲੇ ਤੇ ਮੈਂ ਦੱਸ ਦਿੰਨੀ ਆ। ਕਿਵੇਂ ਦੱਸਦੀ ਹੈ? ਕਹਿੰਦੇ ਇਹ ਸਟੋਪ ਉਨੇ ਵਾਰੀ ਜੇ ਮੈਨੂੰ ਪੁੱਛ ਲੇ ਕਿੰਨੇ ਭਰਾ ਹੈ, ਮੇਰੀ ਕਿੰਨੀ ਉਮਰ ਹੈ, ਇਤਾਦਕ, ਉਹ ਉਨੇ ਵਾਰੀ ਕਹਿੰਦੇ ਇੱਕ ਪਾਸਿਓਂ ਸਟੋਪ ਚੱਕ ਕੇ ਥਾਲੀ ਤੇ ਖੜਕਾ ਕਰਦਾ ਹੈ ਤੇ ਪਤਾ ਲੱਗ ਜਾਂਦਾ ਹੈ। ਚੰਗਾ, ਕਹਿੰਦੇ ਧੀਏ ਦੱਸ ਮੇਰੀ ਜੇਬ 'ਚ ਕਿੰਨੇ ਪੈਸੇ ਆ? ਤੇ ਸੰਤ ਮੁਸਕਰਾ ਕੇ ਕਹਿੰਦੇ ਪਤਾ ਮੈਨੂੰ ਵੀ ਨਹੀਂ, ਪਰ ਦੇਖ ਲੈਨੇ ਤੇਰਾ ਸਟੋਪ ਸੱਚ ਦੱਸ ਦੂ। ਜਦੋਂ ਉਹਨੇ ਕੋਸ਼ਿਸ਼ ਕੀਤੀ, ਸਟੋਪ ਉਹਦੇ ਹੱਥ ਨਾਲ ਹੀ ਸਮੇਤ ਥਾਲੀ ਤੋਂ ਥੱਲੇ ਡਿੱਗ ਪਿਆ। ਫਿਰ ਕੋਸ਼ਿਸ਼ ਕੀਤੀ, ਫਿਰ ਡਿੱਗ ਪਿਆ। ਤੇ ਫਿਰ ਮਹਾਂਪੁਰਖ ਨੇ ਕਿਹਾ ਚੱਕ ਦੇ ਭਾਈ, ਇਹਨੂੰ ਰੱਖ ਦੇ ਪਾਸੇ। ਤੇ ਲਿਆ ਇਹਦੀ ਕਿੱਥੇ ਹੈ ਬੋਕੀ, ਇਹਦਾ ਬਾਕੀ ਦਾ ਸਮਾਨ ਕਿੱਥੇ? ਉਹ ਦੇ ਦੇ, ਸਾਨੂੰ ਦੇ ਦੇ। ਉਹ ਪਰਦੇਸੀ ਜੀ ਨੂੰ ਦੇਤਾ, ਡਰਾਈਵਰ ਸੀ ਬੱਸ ਦਾ। ਕਹਿੰਦੇ ਪਰਦੇਸੀ ਤੂੰ ਚਾਹ ਪਾਣੀ ਜਲ ਪਾਣੀ ਛਕਣਾ ਹੁੰਦਾ ਕਿਤੇ ਕਿਤੇ, ਤੇ ਆ ਲੈ ਲਿਆ ਰੱਖ ਗੱਡੀ ਦੇ ਵਿੱਚ, ਇਹ ਸਟੋਪ ਤੈਨੂੰ ਕੰਮ ਦਊਗਾ। ਤੇ ਉਹ ਬੀਬੀ ਨੂੰ ਕਹਿੰਦੇ ਭਾਈ ਅੰਮ੍ਰਿਤ ਛਕ। ਪਰਿਵਾਰ ਨੂੰ ਕਿਹਾ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਤੁਰੇ ਫਿਰਦੇ ਆ। ਤੇ ਉਹਨੇ ਕਿਹਾ ਮਹਾਰਾਜ ਮੇਰੇ ਕਰਮਾਂ ਦੇ ਵਿੱਚ ਸੀ ਕਿ ਤੁਹਾਡੇ ਦਰਸ਼ਨ ਹੋਣੇ ਆ, ਤੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾ ਦਿਓ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਫਿਰ ਪੂਰੇ ਗੁਰੂ ਦੇ ਵਾਸਤੇ ਸਮਝਾਤਾ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਾਂਗੇ। ਤੇ ਫਿਰ ਪਰਉਪਕਾਰੀ ਮਹਾਂਪੁਰਖਾਂ ਨੇ ਉਹ ਬੀਬੀ ਦਾ ਵਿਆਹ ਵੀ ਕਰ ਦਿੱਤਾ। ਸਾਧ ਸੰਗਤ ਜੀ, ਇਸ ਤਰ੍ਹਾਂ ਚਲਦਿਆਂ ਚਲਦਿਆਂ ਜਦੋਂ ਕਿਤੇ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਭਾਈ ਗੋਦੜੀਏ ਵਰਗੇ, ਭਾਈ ਲੱਧੇ ਵਰਗੇ ਗੁਰੂ ਕੇ ਸਿੱਖ ਪਿਆਰੇ, ਜਿਨ੍ਹਾਂ ਪਿਆਰਿਆਂ ਨੂੰ ਮਿਲੇ ਸਾਖੀਆਂ ਬੜੀਆਂ ਨੇ, ਪਰ ਆਓ ਸ਼ਬਦ ਦੇ ਨਾਲ ਜੁੜੀਏ। ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੇ, ਭਾਈ ਗੁਰਦਾਸ ਜੀ ਲਿਖਦੇ ਨੇ, ਗੁਰਮੁਖ ਸਾਧ ਸਾਧ ਜਿਨ ਸਾਧ ਸਧਾਇਆ। ਕਹਿੰਦੇ ਗੁਰਮੁਖ ਉਹ ਸਾਧੂ ਹੁੰਦੇ ਨੇ ਜਿਹਨਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ, ਉਹਦਾ ਨਾਮ ਸਾਧੂ ਹੈ। ਲਿਬਾਸ ਦਾ ਨਾਂ ਸਾਧੂ ਨਹੀਂ, ਲਿਬਾਸ ਦਾ ਨਾਂ ਸੰਤ ਨਹੀਂ ਕਿ ਅਸੀਂ ਚੰਗੇ ਚਿੱਟੇ ਕੱਪੜੇ ਪਾ ਲਈਏ ਸਾਡਾ ਨਾਂ ਸੰਤ ਬਣ ਜਾਵੇ। ਨਹੀਂ ਭਾਈ, ਸੰਤ ਰਹਿਤ ਸੁਣੋ ਮੇਰੇ ਭਾਈ, ਵਾਹ ਕੀ ਮਹਿਮਾ ਕਥਨ ਨਾ ਜਾਈ। ਉਹਨਾਂ ਦੀ ਮਹਿਮਾ ਨਹੀਂ ਕਥਨ ਕੀਤੀ ਜਾ ਸਕਦੀ ਭਾਈ। ਜਿਹੜੀ ਮਹਾਂਪੁਰਖਾਂ ਦੀ ਵਡਿਆਈ ਹੈ ਨਾ, ਉਹ ਬੇਅੰਤੀ ਬੇਅੰਤ ਹੈ, ਉਹ ਨਹੀਂ ਕਹੀ ਜਾ ਸਕਦੀ। ਤੇ ਜਦੋਂ ਅਸੀਂ ਸੰਤਾਂ ਦੀ ਗੱਲ ਕਰਦੇ ਹਾਂ ਨਾ, ਤੇ ਉਦੋਂ ਭਾਈ ਆਪਾਂ ਦੇਖਦੇ ਹਾਂ ਕਿ ਸੰਤਾਂ ਦਾ ਆਨੰਦ ਕਾਹਦੇ ਵਿੱਚ ਹੈ? ਆਨੰਦ ਸੰਤਨ ਕੈ ਭਗਤ ਗੋਬਿੰਦ। ਉਹ ਗੋਬਿੰਦ ਦੀ ਭਗਤੀ ਕਰਦੇ ਆ, ਉਹਨਾਂ ਦਾ ਆਨੰਦ ਉਹਦੇ ਵਿੱਚ ਹੈ। ਇਸ ਕਰਕੇ ਮਹਾਂਪੁਰਖਾਂ ਦੀ ਜਿਹੜੀ ਵਡਿਆਈ ਹੈ ਨਾ, ਸੰਤ ਵਡਾਈ ਹਰ ਜਸ ਚੀਨੀ। ਤੇ ਫਿਰ ਕਹਿੰਦੇ ਸੰਤਾਂ ਦੀ ਵਡਿਆਈ ਹਰੀ ਜਸ ਦੇ ਵਿੱਚੋਂ ਹੀ ਵੇਖੀ ਜਾ ਸਕਦੀ ਹੈ, ਪਰਖੀ ਜਾ ਸਕਦੀ ਹੈ। ਉਹ ਸੰਤ ਹੁੰਦੇ ਨੇ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਆ ਕਿ ਭਾਈ ਫਿਰਦਿਆਂ ਫਿਰਦਿਆਂ ਨੂੰ ਜ਼ਿੰਦਗੀ ਦੇ ਵਿੱਚ ਕਿਤੇ ਪੂਰੇ ਮਹਾਂਪੁਰਖ ਮਿਲ ਜਾਣ ਤੇ ਉਹ ਫਿਰ ਸਮਝਾ ਦਿੰਦੇ ਕਿ ਪੂਰਾ ਗੁਰੂ ਕੀ ਹੁੰਦਾ ਹੈ, ਅਧੂਰਿਆਂ ਦਾ ਕੀ ਫਰਕ ਹੁੰਦਾ ਹੈ। ਇੱਥੇ ਆਪਾਂ ਵੇਖਿਆ ਨਾ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਆ ਝੂਠਿਆਂ ਦੀਆਂ ਅਧੂਰਿਆਂ ਦੀਆਂ ਦੁਕਾਨਾਂ ਬੰਦ ਕਰ ਕਰਕੇ ਕਿਹਾ ਕਿ ਗੁਰੂ ਕੇ ਸਿੱਖੋ, ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ। ਐਵੇਂ ਨਾ ਝੂਠੇ ਨਰਕਧਾਰੀਆਂ ਦੇ ਮਗਰ ਤੁਰੇ ਫਿਰੋ, ਆਪਣਾ ਸਮਾਂ ਬਰਬਾਦ ਨਾ ਕਰੋ। ਇਹ ਜ਼ਿੰਦਗੀਆਂ ਕਿਤੇ ਐਵੇਂ ਮਿਲ ਗਈਆਂ, ਇਹ ਸਮਾਂ ਸਾਨੂੰ ਮਿਲਿਆ, ਇਹਨੂੰ ਲੇਖੇ ਵਿੱਚ ਲਾਓ। ਨਾਮ ਜਪੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਆਪਣੇ ਸਾਹਮਣੇ ਹੋਇਆ ਨਹੀਂ ਸਾਰਾ ਕੁਝ? ਨਹੀਂ ਭਾਈ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਬਤੀਤ ਕਰਦਿਆਂ ਭਟਕਦਿਆਂ ਨੂੰ ਕਿਤੇ ਗੁਰੂ ਕੇ ਪਿਆਰੇ ਸੰਤ ਮਹਾਂਪੁਰਖ ਜਦੋਂ ਪ੍ਰਾਪਤ ਹੋ ਜਾਣ ਤੇ ਉਹ ਪੂਰੇ ਗੁਰੂ ਪ੍ਰਤੀ ਸਮਝਾ ਦਿੰਦੇ ਨੇ ਕਿ ਭਾਈ
ਪੂਰੇ ਗੁਰੂ ਤੋਂ ਬਿਨਾ ਬੇੜਾ ਪਾਰ ਨਹੀਂ ਹੋ ਸਕਦਾ। ਪੂਰੇ ਗੁਰੂ ਦੇ ਨਾਲ ਲੱਗਿਆ ਹੀ ਨੌ ਨਿਧਾਂ ਮਿਲਦੀਆਂ ਨੇ। ਪੂਰੇ ਗੁਰੂ ਦੇ ਨਾਲ ਮਿਲਿਆ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਪੂਰਾ ਗੁਰੂ ਮਿਲਿਆ ਸੀ ਨਾ। ਆਗਰੇ ਦੇ ਵਿੱਚ ਇੱਕ ਘਾਈ ਸਿੱਖ ਨੂੰ ਮਿਲ ਗਿਆ ਸੀ, ਘਾਹ ਖੋਤਣ ਵਾਲੇ ਨੂੰ, ਤੇ ਅਧੂਰੇ ਦਾ ਭੁਲੇਖਾ ਪੈ ਗਿਆ ਸੀ। ਮੌਕੇ ਦਾ ਹਕੂਮਤ ਦਾ ਬਾਦਸ਼ਾਹ ਸੀ, ਪਰ ਜਦੋਂ ਪਤਾ ਲੱਗਾ ਕਿ ਮੀਰੀ ਪੀਰੀ ਦੇ ਮਾਲਕ ਅਸਲੀ ਗੁਰੂ ਕੌਣ ਨੇ, ਤੇ ਫਿਰ ਇੱਕ ਟਕਾ ਹੀ ਮੂਹਰੇ ਰੱਖਿਆ ਸੀ ਨਾ। ਸਾਖੀ ਆਪ ਜਾਣਦੇ ਹੋ, ਇੱਕ ਟਕਾ, ਉਹੀ ਟਕਾ ਜਹਾਂਗੀਰ ਦੇ ਮੂਹਰੇ ਰੱਖਿਆ ਸੀ। ਕਹਿੰਦੇ ਕੀ ਚਾਹਣਾ ਹੈ? ਕਹਿੰਦਾ ਪ੍ਰਲੋਕ ਦੇ ਸੁੱਖ ਚਾਹਣਾ ਹੈ, ਪ੍ਰਲੋਕ ਦੇ ਵਿੱਚ ਮੇਰੀ ਮਦਦ ਕਰਿਓ, ਉੱਥੇ ਮੇਰੀ ਬਾਂਹ ਫੜਿਓ। ਤੇ ਪੈਰਾਂ ਤੱਕ ਹਿੱਲ ਗਿਆ ਸੀ ਰਾਜਾ ਹਿੰਦੁਸਤਾਨ ਦਾ ਕਿ ਧੰਨ ਗੁਰੂ ਕੇ ਸਿੱਖ। ਕਹਿੰਦੇ ਉਹ ਸਿੱਖਾ ਤੈਨੂੰ ਜਗੀਰਾਂ ਦੇ ਦਈਏ, ਤੈਨੂੰ ਮੋਹਰਾਂ ਦੇ ਦਈਏ, ਦੌਲਤ ਦੇ ਦਈਏ। ਕਹਿੰਦਾ ਨਾ, ਇਹ ਤੇ ਸਮਾਂ ਫਿਰ ਬੀਤ ਜਾਣਾ ਹੈ। ਮੈਂ ਧਨਾੜ ਵੀ ਬਣ ਜਾਵਾਂ, ਮਰ ਤੇ ਫਿਰ ਵੀ ਜਾਣਾ, ਤੇ ਗਾਂ ਮੇਰਾ ਰਾਖਾ ਕੌਣ ਹੋਏਗਾ? ਇੰਨੇ ਸੰਤੋਖੀ ਸਿੱਖ। ਤੇ ਜਦੋਂ ਉਹੀ ਸਿੱਖ ਮੀਰੀ ਪੀਰੀ ਦੇ ਮਾਲਕ ਦੇ ਪਾਸ ਜਾ ਕੇ ਉਹੀ ਟਕਾ ਰੱਖਿਆ, ਤੇ ਉਹ ਬੋਲਿਆ ਮੁੱਖ ਵਿੱਚੋਂ ਕੁਝ ਵੀ ਨਹੀਂ। ਆ ਗੁਰੂ ਕੇ ਸਿੱਖਾ, ਤੂੰ ਗੁਰੂ ਨਾਨਕ ਦੇ ਦਰ ਤੇ ਆਇਆ। ਧੰਨ ਗੁਰੂ ਨਾਨਕ ਸਾਹਿਬ ਨੇ ਤੇਰੇ ਬੇੜੇ ਪਾਰ ਕਰਨੇ ਆ, ਲੋਕ ਪਰਲੋਕ ਦੀ ਰੱਖਿਆ ਕਰਨੀ ਆ। ਤੈਨੂੰ ਸਤ ਸੰਤੋਖ ਦੇ ਤੇਰੇ ਨੂੰ ਭਾਗ ਲੱਗੇ ਨੇ। ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕਰਤੀਆਂ। ਇਹੋ ਜਿਹੇ ਗੁਰੂ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਵੱਡੀਆਂ ਬਖਸ਼ਿਸ਼ ਕੀਤੀਆਂ ਸਤਿਗੁਰੂ ਜੀ ਨੇ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਹ ਪੂਰੇ ਗੁਰੂ ਪ੍ਰਤੀ ਗੁਰੂ ਕੇ ਸਿੱਖਾਂ ਨੂੰ ਸਮਝਾ ਦਿੰਦੇ ਹਨ। ਸੰਤਾਂ ਦੀ ਸੰਗਤ ਕਰਨ ਦਾ ਇਹ ਲਾਭ ਹੁੰਦਾ ਹੈ। ਆਨ ਸਗਲ ਬਿਦ ਕਾਮ ਨ ਆਵੈ। ਜੋ ਸਮਝਾ ਦਿੰਦੇ ਭਾਈ ਹੋਰ ਜਿੰਨੀਆਂ ਮਰਜ਼ੀ ਵਿਧੀਆਂ ਕਰ ਲੈ, ਪਰਉਪਕਾਰ ਵਾਹਿਗੁਰੂ ਉਪਰਾਲੇ ਕਰ ਲੈ, ਉਹ ਤੇਰੇ ਕੰਮ ਨਹੀਂ ਆਉਣੇ, ਉਹ ਲੋਕ ਪ੍ਰਲੋਕ ਵਿੱਚ ਕੰਮ ਨਹੀਂ ਆ ਸਕਦੇ। ਹਰ ਹਰ ਨਾਮ ਧਿਆਇਆ। ਫਿਰ ਕੀ ਕਰਨਾ ਜੀ? ਉਹ ਸਾਨੂੰ ਦੱਸਦੇ ਨੇ ਕਿ ਭਾਈ ਕੰਮ ਆਉਣ ਵਾਲਾ ਕਿਹੜਾ ਹੈ, ਕੰਮ ਆਉਣ ਵਾਲੀ ਗੱਲ ਕੀ ਹੈ? ਕਹਿੰਦੇ ਬਿਘਨ ਬਨਾਸਣ ਸਭ ਦੁੱਖ ਨਾਸਣ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਕੰਮ ਆਉਣ ਵਾਲੀ ਕਿਹੜੀ ਚੀਜ਼ ਹੈ? ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਭਾਈ ਹੋਰ ਵਿਧੀਆਂ ਨਹੀਂ ਕੰਮ ਆਉਣੀਆਂ। ਕੋਈ ਧੂਣੇ ਤਾ ਲਵੇ, ਕੋਈ ਪੁੱਠਾ ਲਮਕ ਲਵੇ, ਕੋਈ ਜਲ ਧਾਰੇ ਕਰ ਲਵੇ, ਇਹ ਨਹੀਂ ਕੰਮ ਆਉਣੇ। ਫਿਰ ਕੰਮ ਕੀ ਆਵੇਗਾ? ਇਹ ਮਹਾਂਪੁਰਖ ਸਮਝਾਉਂਦੇ ਆ। ਗੁਰੂ ਦੇ ਲੜ ਲੱਗਿਆਂ ਫਿਰ ਦਾਤਾਂ ਮਿਲ ਜਾਂਦੀਆਂ ਕਿ ਪਰਮਾਤਮਾ ਦਾ ਨਾਮ ਜਪੀਏ, ਸਾਸ ਗਰਾਸ ਜਪੀਏ। ਸਾਰੇ ਜਪਿਓ ਗੱਜ ਕੇ ਭਾਈ, ਵਾਹਿਗੁਰੂ 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 ਵਾਹਿਗੁਰੂ। ਹਰ ਹਰ ਨਾਮ ਧਿਆਇਆ। ਫਿਰ ਉਹ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਆਰਾਧਦੇ ਨੇ, ਬੰਦਗੀ ਕਰਦੇ ਹਨ। ਤਾਤੇ ਮੋਹ ਧਾਰੀ ਓਟ ਗੋਪਾਲ। ਜਦੋਂ ਇਹ ਸਮਝ ਪੈ ਗਈ ਕਿ ਵਾਹਿਗੁਰੂ ਦਾ ਨਾਮ ਜਪਣ ਨਾਲ ਹੀ ਉਧਾਰ ਹੋਣਾ ਹੈ, ਤੇ ਪਰਮੇਸ਼ਰ ਦਾ ਹੀ ਆਸਰਾ ਮਨ ਵਿੱਚ ਧਾਰਨਾ ਚਾਹੀਦਾ ਹੈ, ਸੰਗਤ ਦੇ ਵਿੱਚੋਂ ਇਹ ਦਾਤ ਪ੍ਰਾਪਤ ਹੋਈ। ਫਿਰ ਕੀ ਲਾਭ ਹੋਇਆ ਭਾਈ? ਤਾਂ ਤੇ ਮੋਹ ਧਾਰੀ ਓਟ ਗੋਪਾਲ। ਜਿਹੜਾ ਪ੍ਰਥਵੀ ਦਾ ਪਾਲਕ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ, ਕਹਿੰਦੇ ਫਿਰ ਮੈਂ ਤਾਂ ਭਾਈ ਉਹਦੀ ਓਟ ਮਨ ਵਿੱਚ ਧਾਰ ਲਈ। ਹੋਰ ਕਿਸੇ ਦੀਆਂ ਓਟਾਂ ਆਸਰੇ ਛੱਡ ਦਿੱਤੇ ਝੂਠਿਆਂ ਦੇ, ਤੇ ਕੇਵਲ ਵਾਹਿਗੁਰੂ ਦੀ ਓਟ ਆਸਰਾ ਮਨ ਵਿੱਚ ਧਾਰਨ ਕਰ ਲਿਆ। ਸਰਨ ਪਰਿਓ ਪੂਰਨ ਪਰਮੇਸ਼ਰ। ਫਿਰ ਕਹਿੰਦੇ ਭਾਈ ਪੂਰਨ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ। ਕਿਵੇਂ ਸ਼ਰਨ ਵਿੱਚ ਆਏ? ਖੰਡੇ ਬਾਟੇ ਦਾ ਛਕ ਲਿਆ ਅੰਮ੍ਰਿਤ, ਪੰਜਾਂ ਪਿਆਰਿਆਂ ਦੇ ਹੋ ਗਏ ਪੇਸ਼, ਤੇ ਉਹਨਾਂ ਨੇ ਖੰਡੇ ਦਾ ਅੰਮ੍ਰਿਤ ਦੇ ਕੇ ਕਲਗੀਧਰ ਮਹਾਰਾਜ ਦੀ ਜੁਗਤੀ ਦੇ ਅਨੁਸਾਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਦਿੱਤਾ
ਕਿ ਅੱਜ ਤੋਂ ਤੁਹਾਡਾ ਪਿਛਲਾ ਕਰਮ, ਪਿਛਲਾ ਜਾਤ ਗੋਤ, ਪਿਛਲੇ ਕੀਤੇ ਹੋਏ ਸਾਰੇ ਕਰਮ ਤੁਹਾਡੇ ਖਤਮ ਹੋ ਗਏ। ਅੱਜ ਤੁਸੀਂ ਬਣ ਗਏ ਖਾਲਸਾ, ਅੱਜ ਬਣ ਗਏ ਕਲਗੀਧਰ ਪਾਤਸ਼ਾਹ ਦੇ ਪੁੱਤਰ, ਤੇ ਹੁਣ ਗਾਂ ਤੋਂ ਭਾਈ ਤਿਆਰ ਬਰ ਤਿਆਰ ਰਹਿਣਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਹੀ ਰਹਿਣਾ ਹੈ। ਕਹਿੰਦੇ ਭਾਈ ਫਿਰ ਕੀ ਹੋਇਆ, ਸ਼ਰਨ ਪਰਿਓ ਪੂਰਨ ਪਰਮੇਸ਼ਰ। ਅਸੀਂ ਤੇ ਫਿਰ ਪਰਿਪੂਰਨ ਪਰਮੇਸ਼ਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਗਏ। ਬਿਨ ਸੇ ਸਗਲ ਜੰਜਾਲ, ਤੇ ਬਾਕੀ ਜਿੰਨੇ ਜੰਜਾਲ ਸੀ ਨਾ, ਝਮੇਲੇ ਸੀ, ਜਿੰਨੀਆਂ ਔਕੜਾਂ ਸੀ, ਮੁਸੀਬਤਾਂ ਸੀ, ਮਾਇਆ ਦਾ ਜੰਜਾਲ ਸੀ, ਦੁਨੀਆਦਾਰੀ ਦੇ ਬੰਧਨ ਸਨ, ਮਿੱਤਰਾਂ ਦੋਸਤਾਂ ਦਾ ਝਮੇਲਾ ਸੀ, ਕਹਿੰਦੇ ਇਹਨਾਂ ਤੋਂ ਨਿਰਲੇਪ ਹੋ ਗਏ, ਇਹਨਾਂ ਦੇ ਵਿੱਚ ਰਹਿੰਦਿਆਂ ਹੋਏ ਹੀ ਨਿਰਲੇਪ ਹੋ ਗਏ। ਐਸੀ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਸੁਰਗ ਮਿਰਤ ਪਿਆਲ ਭੂ ਮੰਡਲ, ਕਹਿੰਦੇ ਭਾਈ ਜਿਹੜੀ ਮਾਇਆ ਹੈ ਨਾ, ਇਹ ਕਹਿੰਦੀ ਸਵਰਗਾਂ ਦੇ ਵਿੱਚ ਵੀ ਤੇ ਜਮਪੁਰੀ ਦੇ ਵਿੱਚ ਵੀ ਤੇ ਪਾਤਾਲ ਵਿੱਚ ਵੀ ਤੇ ਇਹ ਧਰਤੀ ਦੇ ਵਿੱਚ ਵੀ, ਇਹ ਕਦੇ ਖਹਿੜਾ ਨਹੀਂ ਛੱਡਦੇ। ਇਹ ਪਿੱਛਾ ਛੱਡਣ ਵਾਲੀ ਨਹੀਂ ਹੈ। ਭੂ ਮੰਡਲ ਜਿਹੜਾ ਗੋਲਾਕਾਰ ਧਰਤੀ ਦਾ ਮੰਡਲ ਹੈ, ਕਿੰਨੇ ਹੀ ਮੰਡਲ ਮੰਨੇ ਗਏ ਹਨ। ਕਹਿੰਦੇ ਇਹਨਾਂ ਮੰਡਲਾਂ ਦੇ ਵਿੱਚ ਵੀ ਜਿਹੜੀ ਇਹ ਮਾਇਆ, ਇਹ ਵਿਸ਼ਿਆਂ ਦੀ ਮਾਇਆ, ਇਹ ਜੜ ਤੇ ਚੇਤਨ ਮਾਇਆ ਪਿੱਛਾ ਨਹੀਂ ਛੱਡਦੇ। ਸਗਲ ਵਿਆਪੇ ਮਾਏ, ਕਹਿੰਦੇ ਜਿੱਥੇ ਜਿੱਥੇ ਵੀ ਜਾਵਾਂਗੇ ਇਹ ਸਾਰੇ ਜਗ੍ਹਾ ਤੇ ਇਹ ਵਿਆਪ ਰਹੀ ਹੈ, ਇਹ ਚੰਬੜੀ ਹੋਈ ਹੈ, ਇਹ ਪ੍ਰਮਾਤਮਾ ਦਾ ਨਾਮ ਨਹੀਂ ਜਪਣ ਦਿੰਦੇ। ਜੀ ਉਦਾਹਰਨ ਸਭ ਕੁਲ ਤਾਰਨ, ਤੇ ਫੇਰ ਸਾਧੂਆਂ ਤੋਂ ਇਹ ਪਤਾ ਲੱਗਾ, ਮਹਾਂਪੁਰਖਾਂ ਤੋਂ ਇਹ ਪਤਾ ਲੱਗਾ ਕਿ ਭਾਈ ਪਰਮੇਸ਼ਰ ਦੀ ਬੜੀ ਵੱਡੀ ਤਾਕਤ ਹੈ, ਪਰਮੇਸ਼ਰ ਦੀ ਬਹੁਤ ਵੱਡੀ ਸ਼ਕਤੀ ਹੈ। ਤੋ ਸ਼ਕਤੀ ਤੇਰੇ ਵਿੱਚ ਹੀ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਤੇ ਐਵੇਂ ਭਟਕਿਆ ਫਿਰਦਾ ਹੈ, ਸ਼ਕਤੀ ਤਾਂ ਤੇਰੇ ਅੰਦਰ ਹੀ ਹੈ। ਜਦੋਂ ਤੂੰ ਇਹ ਨਾਮ ਉੱਪਰੋਂ ਜਪਿਆ ਨਾ, ਤੇ ਇਹ ਨਾਮ ਜਪਦਿਆਂ ਜਪਦਿਆਂ ਤੇਰੇ ਹਿਰਦੇ ਵਿੱਚ ਜਿਹੜਾ ਨਾਮ ਹੈ ਉਹ ਪ੍ਰਗਟ ਹੋ ਜਾਣਾ ਹੈ। ਤੇ ਜਦੋਂ ਉਹ ਨਾਮ ਪ੍ਰਗਟ ਹੋ ਗਿਆ ਤੇ ਫਿਰ ਭਾਈ ਜੀ ਉਦਾਹਰਨ ਸਭ ਕੋਲ ਤਾਰਨ। ਕਹਿੰਦੇ ਭਾਈ ਫਿਰ ਕੀ ਹੋਵੇਗਾ, ਇਹ ਸਭ ਤੋਂ ਪਹਿਲਾਂ ਇਹ ਸਾਡਾ ਜੀਵ ਹੈ, ਜੀਵਾਤਮਾ ਹੈ, ਜੀਵਾਤਮਾ ਦਾ ਆਧਾਰ ਹੋਵੇਗਾ। ਮਹਾਰਾਜ ਕਿਰਪਾ ਕਰਨਗੇ, ਪਹਿਲਾਂ ਇਹਦਾ ਹੀ ਆਧਾਰ ਹੋ ਜਾਵੇਗਾ। ਸਭ ਕੁਲ ਤਾਰਨ, ਸਾਰੀਆਂ ਕੁਲਾਂ ਨੂੰ। ਫਿਰ ਭਾਈ ਇੱਕ ਨਹੀਂ, ਮਹਾਰਾਜ ਕੁਲਾਂ ਦਾ ਹੀ ਉਧਾਰ ਕਰ ਦਿੰਦੇ ਹਨ। ਭਗਤ ਜਿਨ੍ਹਾਂ ਕਿ 21 ਕੁਲ ਉਧਾਰੇ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਭਗਤਾਂ ਦੀਆਂ ਕੁਲਾਂ ਹੀ ਤਾਰ ਦਿੰਦੇ ਹਨ। ਹਰ ਹਰ ਨਾਮ ਧਿਆਏ, ਫਿਰ ਭਾਈ ਇੱਕ ਵਾਰੀ ਕਿਰਪਾ ਕਰਿਓ, ਸਾਰੇ ਗੱਜ ਕੇ ਜਪਿਓ, ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਕਹਿੰਦੇ ਕਿਵੇਂ ਕੁਲਾਂ ਦਾ ਆਧਾਰ ਹੋਇਆ, ਹਰ ਹਰ ਨਾਮ ਤੇ ਆਏ। ਉਹਨਾਂ ਨੇ ਹਰੇ ਭਰੇ ਕਰਨ ਦੇਣ ਵਾਲਾ ਜੋ ਹਰ ਜਗ੍ਹਾ ਤੇ ਵਿਆਪਕ ਹੈ, ਉਹ ਸਾਰੀ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰ ਲਈ। ਨਾਨਕ ਨਾਮ ਨਿਰੰਜਨ ਗਾਇਆ, ਸਤਿਗੁਰੂ ਜੀ ਨਾਮ ਕਿਹਦਾ ਜਪੀਏ? ਬੜੇ ਨਾਮ ਨੇ, ਕਈ ਕੰਨਾਂ 'ਚ ਨਾਮ ਦਿੰਦੇ ਨੇ, ਲੈ ਭਾਈ ਮੈਂ ਨਾਮ ਦਿੰਨਾ, ਗਾਹ ਨਾ ਦੱਸੀ। ਕੀ ਹੋ ਜੂਗਾ? ਕਹਿੰਦੇ ਜੇ ਗਾਂ ਦੱਸੇਗਾ ਨਾ ਤੇ ਤੈਨੂੰ ਕੋਹੜ ਹੋ ਜਾਊ। ਇਹੋ ਜਿਹੇ ਨਾਮ ਤੋਂ ਕੀ ਕਰਨਾ ਭਾਈ? ਸੁਪਨੇ 'ਚ ਹੀ ਬੁੜਾ ਕੇ ਦੱਸ ਦਈਏ, ਭੁਲੇਖੇ ਨਾਲ ਘਰ ਵਾਲੀ ਨੂੰ ਦੱਸ ਦਈਏ, ਕਿਸੇ ਮਿੱਤਰ ਨੂੰ ਦੱਸ ਦਈਏ, ਕੋਹੜ ਹੀ ਹੋ ਜਾਣਾ ਨਾ ਭਾਈ। ਸਾਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਨਹੀਂ ਕਿਹਾ, ਉੱਚ ਰਹੋ ਰਾਮ ਨਾਮ ਲੱਖ ਵਾਰੀ। ਲੱਖਾਂ ਵਾਰੀ ਉੱਚੀ ਗਾਓ ਭਾਈ। ਆਪਾਂ ਹੁਣੇ ਸਾਰੇ ਨੇ ਗਾਇਆ, ਉੱਚੀ ਉੱਚੀ ਗਾਓ। ਕਾਰ ਸੇਵਾ ਵਾਲੇ ਮਹਾਂਪੁਰਖ ਸ਼ਾਮ ਨੂੰ ਵੀ ਸੁਬਾਹ ਨੂੰ ਵੀ ਜੋਟੀਆਂ ਬਣਾ ਕੇ ਸਤਨਾਮ ਵਾਹਿਗੁਰੂ ਉੱਚੀ ਉੱਚੀ ਜਪਦੇ ਨੇ। ਇਸ ਵਾਸਤੇ ਮਹਾਰਾਜ ਨਾਮ ਕਿਹਦਾ ਜਪੀਏ? ਹਜੂਰ ਫਰਮਾਉਂਦੇ ਨੇ ਨਾਨਕ ਨਾਮ ਨਿਰੰਜਨ ਗਾਈਏ, ਕਿ ਭਾਈ ਜਿਹੜਾ ਮਾਇਆ ਕਾਲਖ ਤੋਂ ਰਹਿਤ ਹੈ ਉਹ ਹੈ ਵਾਹਿਗੁਰੂ ਦਾ ਨਾਮ। ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਪਾਇਆ ਸਰਬ ਨਿਧਾਨਾ, ਮਹਾਰਾਜ ਕੀ ਲਾਭ ਹੋਵੇਗਾ? ਨਾਮ ਜਪਾਂਗੇ ਫਿਰ ਲਾਭ ਕੀ ਹੋ? ਹਜੂਰ ਫਰਮਾਉਂਦੇ ਨੇ ਪਾਈਆ ਸਰਬ ਨਿਧਾਨਾ,
ਜਿੰਨੇ ਖਜ਼ਾਨੇ ਆ, ਨਮ ਨਿਧੀਆਂ 18 ਸਿੱਧੀਆਂ, ਸਾਰੀਆਂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ, ਤ੍ਰਿਪਤੀ ਹੋ ਜਾਏਗੀ। ਇਹਨਾਂ ਤੋਂ ਵੀ ਪਾਰ ਅੱਗੇ ਜਾ ਕੇ ਤੈਨੂੰ ਇਹਨਾਂ ਦੀ ਲੋੜ ਹੀ ਨਹੀਂ ਰਹੇਗੀ। ਤੈਨੂੰ ਤੇ ਮੁਕਤੀ ਵੀ ਛੋਟੀ ਲੱਗਣ ਲੱਗ ਪਵੇਗੀ। ਮੁਕਤ ਬੱਪੜੀ ਵੀ ਗਿਆਨੀ ਤਿਆਗੇ, ਇੱਥੋਂ ਤੱਕ ਦੀ ਅਵਸਥਾ ਪਹੁੰਚ ਜਾਵੇਗੀ ਜਦੋਂ ਤੂੰ ਪ੍ਰਮਾਤਮਾ ਜਿਹੜਾ ਮਾਇਆ ਕਾਲਖ ਤੋਂ ਆਪ ਰਹਿਤ ਹੈ, ਜਦੋਂ ਉਹਦਾ ਨਾਮ ਜਪਿਆ ਤੇ ਆਪਣਾ ਸਰੂਪ ਹੀ ਬਣਾ ਲਵੇਗਾ, ਆਪਣੇ ਵਿੱਚ ਭੇਦ ਹੀ ਕਰ ਲਵੇਗਾ ਤੇ ਸਾਰੇ ਖਜ਼ਾਨੇ ਤੈਨੂੰ ਬਖਸ਼ ਦੇਵੇਗਾ। ਕਰ ਕਿਰਪਾ ਜਿਸ ਦੇ ਸੁਆਮੀ। ਹਾਂ ਭਾਈ, ਜਿਹਦੇ ਤੇ ਕਿਰਪਾ ਹੋ ਗਈ, ਸੰਗਤ ਕਰਦਿਆਂ ਕਰਦਿਆਂ, ਸੇਵਾ ਕਰਦਿਆਂ ਕਰਦਿਆਂ, ਦਾਵਾ ਕੋਈ ਨਹੀਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਦਾਵਾ ਨਹੀਂ ਕਰ ਸਕਦੇ ਅਸੀਂ ਇੰਨੇ ਦਿਨ ਹੋ ਗਏ, ਅਸੀਂ ਤੇ ਰੋਜ਼ ਕਥਾ ਸੁਣਦੇ, ਇੰਨੇ ਦਿਨ ਹੋ ਗਏ ਰੋਜ਼ ਸੇਵਾ ਕਰਦੇ ਆ। ਨਹੀਂ, ਇਹ ਤੇ ਭਾਈ ਰਾਤ ਦਿਵਸ ਕੇ ਕੂਕਣੇ ਕਬ ਹੈ ਕਿ ਸੁਣੇ ਪੁਕਾਰ। ਭਗਤੀ ਕਹਿੰਦੇ ਭਾਈ ਇੱਕ ਦਿਨ ਦਾ ਕੰਮ ਨਹੀਂ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ। ਕਹਿੰਦੇ ਭਾਈ ਜਪਦਾ ਰਹੀਂ, ਆਸਰਾ ਨਾ ਛੱਡ ਦੇਈਂ, ਆਸਰਾ ਰੱਖੀ ਵੀ ਨਹੀਂ ਸੁਣੇਗਾ, ਹਲੇ ਮੇਰੀ ਪੁਕਾਰ ਪਹੁੰਚੀ ਨਹੀਂ। ਪੁਕਾਰ ਕਰਨ ਦੇ ਵਿੱਚ ਫਰਕ ਰਹਿ ਗਿਆ, ਤੇ ਜਦੋਂ ਪੁਕਾਰ ਸੁਣੀ ਗਈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਦੋਂ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਦਾ ਦਰ ਖੋਲ੍ਹਿਆ ਨਾ, ਫਿਰ ਬਿਰਲੇ ਕਾਹੂ ਜਾਨੀ। ਕਹਿੰਦੇ ਭਾਈ ਜੀ ਨੇ ਪਛਾਣ ਲਿਆ ਨਾ, ਜਿਨ ਹਰ ਪਾਇਆ ਤਿਨੇ ਛਪਾਇਆ। ਫਿਰ ਇਹ ਹਾਲਤ ਆ ਜਾਂਦੀ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਤੇ ਜਿਹਨੇ ਪਾਲਿਆ ਭਾਈ ਉਹਨੂੰ ਪੁੱਛੀਏ ਵੀ ਇਹਦਾ ਸਵਾਦ ਕੀ ਹੈ। ਭਾਈ ਤੂੰ ਸੇਵਾ ਕਰਦਿਆਂ ਕਰਦਿਆਂ ਤੂੰ ਤੇ ਆਨੰਦ ਵਿੱਚ ਆ ਗਿਆ, ਸਾਨੂੰ ਵੀ ਦੱਸ ਕੁਝ। ਤੇ ਫਿਰ ਉਹਦਾ ਸਰੂਪ, ਉਹਦੀ ਬਹਿਣੀ ਉੱਠਣੀ ਉਹੀ ਦੱਸ ਦੇਵੇਗੀ, ਬੋਲ ਕੇ ਨਹੀਂ ਦੱਸੇਗਾ। ਜਿਵੇਂ ਗੂੰਗੇ ਨੂੰ ਗੁੜ ਖਵਾਈਏ ਤੇ ਉਹਦੀ ਪ੍ਰਸੰਨਤਾ ਦੱਸ ਦਿੰਦੀ ਹੈ ਨਾ ਵੀ ਗੁੜ ਖਾ ਕੇ ਆਨੰਦ ਆਇਆ। ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਜਿਹੜੇ ਅਭੇਦ ਹੋ ਗਏ, ਉਹ ਵਿਰਲਿਆਂ ਦੇ ਉੱਪਰ ਭਾਈ ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਸਤਿਗੁਰੂ ਜੀ ਕਿਰਪਾ ਜਿਨ੍ਹਾਂ ਤੇ ਕਰ ਦਿੰਦੇ ਹਨ ਤੇ ਉਹ ਵਿਰਲੇ ਗੁਰੂ ਕੇ ਸੇਵਕ ਹਨ ਜਿਹੜੇ ਅਭੇਦਤਾ ਪ੍ਰਾਪਤ ਕਰ ਲੈਂਦੇ ਹਨ। ਕਰ ਕਿਰਪਾ ਜਿਸ ਦੇ ਸੁਆਮੀ। ਕਿਰਪਾ ਕਰਕੇ ਜਿਸ ਨੂੰ ਇਹ ਬਖਸ਼ਾਂ ਸੁਆਮੀ ਮਾਲਕ ਦੇ ਦਿੰਦਾ ਹੈ। ਬਿਰਲੇ ਕਾਹੂ ਜਾਨਾ। ਉਹਨਾਂ ਵਿਰਲਿਆਂ ਨੇ ਭਾਈ ਇਸ ਭੇਦ ਨੂੰ ਜਾਣ ਲਿਆ, ਇਸ ਮਰਮ ਨੂੰ ਸਮਝ ਲਿਆ, ਜਿਨ੍ਹਾਂ ਦੇ ਉੱਪਰ ਇਹ ਕਿਰਪਾ ਹੋ ਗਈ। ਤੇ ਉਹ ਫਿਰ ਭਾਈ ਇਸ਼ਾਰਿਆਂ ਦੇ ਵਿੱਚ ਵੀ, ਬੋਲ ਕੇ ਵੀ ਉਹ ਦੱਸਦੇ ਨੇ ਕਿ ਭਾਈ ਭਟਕਦੇ ਨਾ ਰਿਓ, ਕਿਉਂਕਿ ਇਹ ਜਨਮਾਂ ਜਨਮਾਂਤਰਾਂ ਦੀ ਖੇਲ ਹੈ। ਜਿਹੜੇ ਮਹਾਂਪੁਰਖ ਆਪ ਆਉਂਦੇ ਨੇ ਨਾ, ਤੇ ਉਹ ਭਾਈ ਜਿਨ੍ਹਾਂ ਨੇ ਆਪ ਪਉ ਭਗਤੀ ਵਿੱਚ ਆਪਣੇ ਮਨ ਨੂੰ ਰੰਗ ਲਿਆ, ਤੇ ਉਹ ਫਿਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਦਾ ਸੰਗ ਹੋਵੇਗਾ, ਉਹਨਾਂ ਨਾਲ ਮੇਲ ਹੋਵੇਗਾ, ਤੇ ਉਹ ਸਭ ਤੋਂ ਪਹਿਲਾਂ ਬਚਨ ਹੀ ਇਹ ਪੁੱਛਣਗੇ, ਭਾਈ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਅੰਮ੍ਰਿਤ ਛਕਿਆ, ਗੁਰੂ ਲੜ ਲੱਗਿਆ, ਸੰਗਤ ਵਿੱਚ ਜਾਂਦਾ ਹੁੰਦਾ, ਸੇਵਾ ਕਰਦਾ, ਦਸਵੰਧ ਦਿੰਦਾ ਹੁੰਦਾ, ਅਰਦਾਸ ਕਰਦਾ ਗੁਰੂ ਘਰ ਜਾ ਕੇ। ਉਹ ਬਚਨ ਹੀ ਇਹੋ ਜਿਹੇ ਪੁੱਛਣਗੇ ਕਿ ਉਹ 5 ਮਿੰਟ ਦੇ ਵਿੱਚ ਸਾਰੀ ਜ਼ਿੰਦਗੀ ਦਾ ਨਿਚੋੜ ਅੱਗੇ ਰੱਖ ਦੇਣਗੇ। ਉਹ ਮੈਂ ਤਾਂ ਕੁਝ ਕਰਦਾ ਹੀ ਨਹੀਂ, ਜਿੰਨੇ ਬਚਨ ਮਹਾਂਪੁਰਖਾਂ ਨੇ ਪੁੱਛੇ ਨੇ ਮੈਂ ਤਾਂ ਕੋਈ ਵੀ ਨਹੀਂ ਕਰਦਾ। ਤੇ ਪਰ ਮਨ ਵਿੱਚ ਸਮਝ ਆ ਜਾਂਦੀ ਵੀ ਇਹ ਕਰਨੇ ਚਾਹੀਦੇ ਨੇ। ਕੋਈ ਬਹੁਤ ਲੰਮੀ ਚੌੜੀ ਗੱਲ ਤੇ ਕਹੀ ਨਹੀਂ, ਕਿਹਾ ਤੇ ਇੰਨਾ ਹੀ ਹੈ ਨਾ, ਪਰ ਉਹਦੇ ਵਿੱਚ ਹੀ ਬਹੁਤ ਕੁਝ 'ਚ ਸਮੁੰਦਰ ਬੰਦ ਕਰ ਦਿੰਦੇ ਨੇ, ਸਮਝਾ ਦਿੰਦੇ ਨੇ। ਜਿਨ੍ਹਾਂ ਨੇ ਆਪ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਮਹਾਂਪੁਰਖਾਂ ਨੇ ਭਾਈ ਇਸ ਮਰਮ ਨੂੰ ਸਮਝ ਲਿਆ। ਆਓ ਲੜੀਵਾਰ ਕਥਾ ਸ਼ਬਦ ਦੀ ਵਿਚਾਰ ਇਹ ਵੀ ਦਰਸ਼ਨ ਕਰ ਲਈਏ ਜੀ। ਗੋਂਡ ਮਹੱਲਾ ਚੌਥਾ। ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸਾਤ ਸੀਤਲ ਮਨ ਆਪਣਾ। ਗੋਂਡ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਦਾ ਸਿਧਾਂਤ ਬਿਲਕੁਲ ਮਿਲਦਾ ਜੁਲਦਾ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਮਹਾਰਾਜ ਜੀ ਨੇ ਇਹ ਮਿਹਰ ਕੀਤੀ, ਭਾਈ ਨਾਮ ਜਪਣ ਦੇ ਨਾਲ ਜਿਹੜੇ ਅਸੀਂ ਈਰਖਾ ਦਵੈਸ਼ ਦੇ ਵਿੱਚ ਸੜ ਰਹੇ ਆ ਨਾ, ਸਾਡੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਈਰਖਾ ਬਖੀਲੀ ਬੇਅੰਤ ਤਰ੍ਹਾਂ ਦੀ ਅੱਗ ਲੱਗੀ ਹੋਈ ਆ, ਪਰ ਇਹ ਬੁਝੇ ਕਿਵੇਂ? ਇਹ ਪਦਾਰਥ ਬੁਝਾ ਨਹੀਂ ਸਕਦੇ। ਜਿਵੇਂ ਲੱਕੜਾਂ ਨੂੰ ਅੱਗ ਲੱਗੀ ਹੋਵੇ ਤੇ ਉਹ 'ਚ ਜਿੰਨਾ ਮਰਜ਼ੀ ਇੰਧਨ ਪਾ ਦਈਏ
ਤੇਲ ਪਾ ਦਈਏ, ਲੱਕੜਾਂ ਪਾ ਦਈਏ, ਉਹ ਬੁਝਦੀ ਤਾਂ ਨਹੀਂ, ਹੋਰ ਭਾਂਬੜ ਮਚਦੇ ਨੇ। ਪਦਾਰਥ ਹੋਰ ਪ੍ਰਾਪਤ ਹੁੰਦੇ ਨੇ, ਅੱਗ ਹੋਰ ਤੇਜ਼ ਹੁੰਦੀ ਆ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਆਪ ਕਿਰਪਾ ਕਰਦੇ ਨੇ ਕਿ ਆਓ ਭਾਈ ਗੁਰੂ ਕੇ ਸਿੱਖੋ, ਇਹ ਜਿਹੜੇ ਮਨ ਦੇ ਵਿੱਚ ਤਪਸ਼ ਦੀ ਅੱਗ ਲੱਗੀ ਹੋਈ ਹੈ, ਇਹ ਬੁਝੇਗੀ ਕਿਵੇਂ? ਆਓ ਆਪਾਂ ਇਹਦੇ ਤੇ ਵਿਚਾਰ ਕਰੀਏ। ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਮਝਾ ਰਹੇ ਨੇ, ਕਿਉਂਕਿ ਕੋਈ ਬੰਦਾ ਸਮਝਾਵੇ ਤੇ ਸਮਝਾਉਣ 'ਚ ਫਰਕ ਰਹਿ ਜੂ। ਪਰ ਇਹ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਨੇ। ਹਰ ਸਿਮਰਤ ਸਦਾ ਹੋਏ ਆਨੰਦ। ਕਹਿੰਦੇ ਭਾਈ ਜਦੋਂ ਹਰੀ ਦਾ ਸਿਮਰਨ ਕੀਤਾ, ਵਾਹਿਗੁਰੂ ਦੀ ਭਗਤੀ ਕੀਤੀ, ਤੇ ਸਭ ਤੋਂ ਪਹਿਲਾਂ ਕੀ ਹੋਵੇਗਾ? ਕਹਿੰਦੇ ਆਪਣੇ ਮਨ ਵਿੱਚ ਆਨੰਦ ਪ੍ਰਾਪਤ ਹੋਵੇਗਾ। ਸੁਖ ਅੰਤਰ ਸਾਧ ਸੀਤਲ ਮਨ ਆਪਣਾ। ਪਹਿਲਾਂ ਭਾਈ ਕਹਿੰਦੇ ਆਪਣੇ ਆਪ ਤੇ ਇਹ ਗੱਲ ਢੁੱਕ ਜਾਵੇਗੀ, ਕਿਸੇ ਨੂੰ ਕਹਿਣ ਤੋਂ ਬਿਨਾਂ ਨਾ ਆਪਣੇ ਆਪ ਹੀ ਪਤਾ ਲੱਗ ਜਾਵੇਗਾ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਸਿਧਾਂਤ ਹੈ, ਹਜੂਰ ਦਾ ਹੁਕਮ ਹੀ ਹੈ, ਪਹਿਲੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੈ। ਕਹਿੰਦੇ ਪਿੱਛੋਂ ਕਿਸੇ ਨੂੰ ਹੋਰ ਸਮਝਾਈ, ਪਹਿਲਾਂ ਆਪਣੇ ਮਨ ਨੂੰ ਪ੍ਰਬੋਧਨਾ ਕਰ, ਆਪਣੇ ਮਨ ਨੂੰ ਸੁਬੋਧਨ ਹੋ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨੀ ਬਾਣੀ ਰਚੀ ਹੈ ਨਾ, ਬਹੁਤ ਸਾਰੀ ਬਾਣੀ ਮਹਾਰਾਜ ਨੇ ਸਮਝਾਉਣ ਵਾਸਤੇ ਆਪਣੇ ਮਨ ਨੂੰ ਪਹਿਲਾਂ ਪ੍ਰਬੋਧਿਆ, ਉਹਦੇ ਰਾਹੀਂ ਸਾਨੂੰ ਉਪਦੇਸ਼ ਦਿੱਤਾ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ। ਰੇ ਮਨ ਆਪਣੇ ਆਪ ਨੂੰ, ਰੇ ਮਨ ਕੌਣ ਕਮਤ ਤੈ ਲੀਨੀ। ਸਤਿਗੁਰੂ ਜੀ ਨੇ ਆਪਣੇ ਮਨ ਨੂੰ ਸਮਝਾ ਕੇ ਸਾਨੂੰ ਸਮਝਾਇਆ। ਸਮਝਾਉਣ ਦਾ ਤਰੀਕਾ ਉੱਤਮ ਭਗਤਿਆਂ ਦਾ। ਹਜੂਰ ਕਿਰਪਾ ਕਰਦੇ ਨੇ, ਕਹਿੰਦੇ ਕੀ ਹੋਏਗਾ ਭਾਈ? ਆਨੰਦ ਤਾਂ ਆਏਗਾ ਹੀ, ਫਿਰ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ। ਕਹਿੰਦੇ ਮਨ ਦੇ ਵਿੱਚ ਜਿੰਨੇ ਦੁੱਖ ਸੀ ਨਾ, ਵੀ ਆਹ ਪਦਾਰਥ ਮੈਨੂੰ ਮਿਲਣਾ ਚਾਹੀਦਾ ਸੀ, ਇਹਨੂੰ ਕਿਉਂ ਮਿਲ ਗਿਆ? ਦੂਜੇ ਨੂੰ, ਮੇਰੇ ਦੁਸ਼ਮਣ ਨੂੰ ਮਿਲ ਗਿਆ। ਉਹਦਾ ਘਰ ਐਡਾ, ਮੇਰੇ ਕੋਲੇ ਛੋਟਾ ਜਿਹਾ। ਕਹਿੰਦੇ ਜਿਹੜੀ ਇਹ ਮਨ ਵਿੱਚ ਦਵੈਸ਼ ਬਣੀ ਹੋਈ ਸੀ ਨਾ, ਇਹ ਵੀ ਨਿਕਲ ਜਾਏਗੀ। ਤੇ ਫਿਰ ਜਦੋਂ ਇਹ ਨਿਕਲ ਗਈ ਤੇ ਫਿਰ ਪਰਾਇਆ ਲੱਗੇਗਾ ਹੀ ਨਹੀਂ ਕੋਈ, ਸਾਰੇ ਹੀ ਆਪਣੇ ਲੱਗਣਗੇ। ਤੇ ਫਿਰ ਆਹ ਸੰਸਾਰ ਦਾ ਤੈਨੂੰ ਵੈਸੇ ਹੀ ਬੇਗਾਨਾ ਲੱਗੇਗਾ, ਤੇਰੇ ਮਨ ਵਿੱਚ ਸਮਝ ਆ ਜਾਏਗੀ। ਤੇ ਇਹਨੂੰ ਕੀ ਸਮਝੇਗਾ? ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਤੇਰੇ ਮਨ ਵਿੱਚ ਤਾਂ ਇਹ ਸਿੱਧਾ ਹੀ ਸਵਾਲ ਖੜਾ ਹੋ ਜਾਏਗਾ, ਤੈਨੂੰ ਚਿੰਤਾ ਕਿਹੜੇ ਘਰ ਬਣਾਉਣ ਦੀ ਹੈ? ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਣ। ਤੂੰ ਸਮਝ ਆਏਗਾ ਇਹ ਡੇਰਾ ਹੀ ਨਹੀਂ ਤੇਰਾ, ਇਹ ਤੇਰਾ ਘਰ ਹੀ ਨਹੀਂ ਹੈ। ਜਦੋਂ ਇਹ ਗੱਲ ਸਮਝ ਵਿੱਚ ਆਈ ਤਾਂ ਹਜੂਰ ਕਹਿੰਦੇ ਆਊਗੀ ਕਦੋਂ? ਕਹਿੰਦੇ ਹਰ ਸਿਮਰਤ ਸਦਾ ਹੋਏ ਆਨੰਦ। ਜਦੋਂ ਹਰੀ ਦਾ ਸਿਮਰਨ ਜਪਿਆ, ਵਾਹਿਗੁਰੂ ਵਾਹਿਗੁਰੂ ਜਪਿਆ ਤੇ ਆਨੰਦ ਮਨ ਵਿੱਚ ਆ ਗਿਆ, ਫਿਰ ਕੀ ਹੋਏਗਾ? ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ। ਕਹਿੰਦੇ ਭਾਈ ਅੰਦਰ ਸ਼ਾਂਤ ਤੇ ਸੁਖ ਹੀ ਸੁਖ ਮਨ ਵਿੱਚ ਪੈਦਾ ਹੋ ਜਾਣਗੇ। ਆਪਣੇ ਮਨ ਦੀ ਅਵਸਥਾ ਇਹ ਬਣ ਜਾਵੇਗੀ। ਜੈਸੇ ਸਖਤ ਸੂਰ ਬਹੁ ਜਲਤਾ। ਹੁਣ ਸਮਝਾਉਂਦੇ ਨੇ, ਕਹਿੰਦੇ ਕਿਵੇਂ ਸ਼ਾਂਤੀ ਆਏਗੀ? ਹਜੂਰ ਫਰਮਾਉਂਦੇ ਨੇ ਜਿਵੇਂ ਸੂਰਜ ਦੀ ਤਪਸ਼ ਬਹੁਤ ਹੁੰਦੀ ਹੈ ਨਾ, ਤੇ ਉਦੋਂ ਤਪਸ਼ ਦੇ ਨਾਲ ਟਿੱਬਿਆਂ ਦੇ ਰੇਤੇ ਬਹੁਤ ਤਪ ਜਾਂਦੇ ਹਨ। ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ। ਪਰ ਕਹਿੰਦੇ ਜਦੋਂ ਸੂਰਜ ਛਿਪ ਜਾਂਦਾ ਹੈ, ਚੰਦਰਮਾ ਚੜ੍ਹਿਆ ਆਉਂਦਾ ਹੈ, ਤੇ ਉਸ ਰੇਤੇ ਦੀ ਤਪਸ਼ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜਾ ਸਾਡਾ ਮਨ ਹੈ, ਇਹ ਰੇਤੇ ਦੀ ਨਿਆਈ। ਤੇ ਅਗਿਆਨ ਦਾ ਸੂਰਜ ਬੜਾ ਤੇਜ਼ ਹੈ, ਤੇ ਰਾਗ ਦਵੈਸ਼ ਦੀਆਂ ਕਿਰਨਾਂ ਦੁਆਰਾ ਸਾਡਾ ਮਨ ਬੜਾ ਤਪਸ਼ ਦੇ ਵਿੱਚ, ਈਰਖਾ ਬਖੀਲੀ ਦੀ ਅੱਗ ਦੇ ਵਿੱਚ ਭੁੱਜ ਰਿਹਾ ਹੈ। ਤੇ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਫਿਰ ਇਹ ਠੰਡ ਕਿਵੇਂ ਪਵੇਗੀ? ਜਦੋਂ ਕਹਿੰਦੇ ਚੰਦਰਮਾ ਸੁਰਖੇ, ਸਤਿਗੁਰੂ ਸਰੂਪ ਸੱਚੇ ਪਾਤਸ਼ਾਹ ਜੀ ਦੀ ਸਮਝ ਆਈ, ਤੇ ਕਹਿੰਦੇ ਉਦੋਂ ਇਹ ਮਨ ਸੀਤਲ ਹੋ ਜਾਵੇਗਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਕਹਿੰਦੇ ਫੇਰ ਸੀਤਲ ਹੋ ਜਾਵੇਗਾ ਇਹ ਮਨ। ਮੇਰੇ ਮਨ ਆਨ ਦਿਨ ਧਿਆਏ ਨਾਮ ਹਰ ਜਪਨਾ। ਹਜੂਰ ਫਰਮਾਉਂਦੇ ਨੇ ਜੈਸੇ ਸਖਤ ਸੂਰ ਬਹੁਤ ਜਲਤਾ, ਗੁਰ ਸੱਸ ਦੇਖੇ ਲਹਿ ਜਾਏ ਸਭ ਤਪਨਾ। ਸਾਰੇ ਤਰ੍ਹਾਂ ਦੀ ਤਪਸ਼, ਕਹਿੰਦੇ ਸਾਰੇ ਤਰ੍ਹਾਂ ਦੀ ਤਪਸ਼ ਖਤਮ ਹੋਵੇਗੀ ਜਦੋਂ ਸਤਿਗੁਰੂ ਸੂਰਮੇ
गुरु की बाणी दे दर्शन कर ले, गुरु के नाम दे दर्शन कर ले, नाम जप लिया, नाम की आराधना की, नाम का सेवन किया। ते महाराज कहते जिवें तपदे हुए सूरज तो बाद, तपश तो बाद रेता ठर जाता ना चंद्रमा की ठंड नाल, इसे तरह कहते जेड़े अगियान नूं खत्म करके गुरु साहब सच्चे पातशाह जी ज्ञान अंजन गुर दिया अगियान अंधेर विनाश, सारे अगियान का नाश कर दिंदा है। ते जदों ज्ञान प्राप्त हो गया तो फिर कहते ये तपश खत्म हो जाएगी। सतगुरु जी कृपा करते हैं, इस करके सब तरह की तपश खत्म हो जाएगी। मेरे मन फिर अगे फिर अपने मन को समझाते हैं कि हे मेरे मना, दिन रात उस परमात्मा की आराधना कर, एक दिन का काम नहीं। कई विद्वान भी ये कह दिंदे आ, ये बाणी जपण का विषय नहीं, बाणी समझण का विषय है। साडी कित्थे समर्था है भाई, असीं बाणी समझ सकते हैं? इत्थे सतगुरु ने कृपा करती सी जप सकते हैं, तो ये भी जे सतगुरु कृपा करन जप भी तां सकते हैं। तो महाराज कहते भाई बाणी नूं पढ़ो, बाणी नूं जपो, बाणी नूं बार बार सिमरन करो। ऐसी गुरु की बाणी है तो जिन्ने वारी बार बार सिमरन करांगे ना, उन्नी गुरु की बाणी की समझ भी आवेगी, उन्नी गुरु की बाणी की शक्ति भी प्राप्त होवेगी। आपां आप तां नहीं कर सकते तो आपां समझ तो सकते हैं ना कि श्रीमान संत बाबा जरनैल सिंह खालसा जी 101 पाठ जपजी साहब जी दे रोज़ करते सी। ते आपां समझते हैं ना कि गुरु साहब सच्चे पातशाह जी की बाणी ने, धुर की बाणी ने, रब की बाणी ने, अकाली बाणी ने, गुरु की बाणी ने किड्डी वड्डी शक्ति बख्शी। कोई है जिहड़ा सीधा ही सरकार नाल टक्कर लै के कवे भी नहीं साडे आ हक ने, ये सानू मिलने चाहिए ने? नहीं भाई, ये तो गुरु कृपा करता है, गुरु बख्शियां करता है, गुरु शक्ति बख्शता है। तो गुरु की बाणी धन गुरु रामदास महाराज सच्चे पातशाह जी कहते दिन रात गुरु के सिखो, जे महाराज कृपा करन ते दिन रात गुरु की बाणी जपया करो, इनू ध्याया करो, तो फिर की होवेगा? महाराज सच्चे पातशाह जी कृपा करते हैं अगे, जहाँ कहाँ तुझ राखै सब ठाई, मेरे मन ते आए, मेरे मन अन दिन ध्याए नाम हर जपना। कि भाई ये जाप बनाना है। एक तो नितनेम है जिहड़ा रोजाना असीं नेम नाल नितनेम करना है, ये च नहीं फर्क पैण देना। गुरु साहब कृपा करन ते फिर गुरु की बाणी सहज पाठ, साध संगत जी सुखमनी साहब जी के पाठ, आसा जी दी वार दे पाठ, पंज ग्रंथी दे पाठ, बार बार जपजी साहब जी के पाठ, जिन्ना भी हो सके असी लाहा लेना जिंदगी का। महाराज कहते भाई इनू नाम नू जपना करना है। तो अगे कृपा करते हैं जहाँ कहाँ तुझ राखै सब ठाई, तो फिर कहते फिर लाभ की होवेगा? जहाँ कहाँ इत्थे ते उत्थे लोक ते परलोक विच, कारबार तेरा प्रवासा तू जन कहे संग। महाराज जिथे भी जावांगे उत्थे ही तेरा ही आसरा है, तेरा ही भरोसा है, तेरा ही आसरा है, तू ही रखिया करन नूं समर्थ है। बल्कि इस थां ही नहीं, तू ते परलोक विच भी, जहाँ कहाँ तुझ राखै सब थाई, एक थां तां है नहीं, तू बलदियां भट्ठां विच भी राखी कर सकदा है। महाराज तेरी समर्था है। महाराज सच्चे पातशाह तू काबल विच घोड़े खरीदण गया दी राखी कर सकदा। हजूर पातशाह जी समुंदर दे विच तू मक्खण शाह दी राखी कर सकदा है। महाराज सच्चे पातशाह जी फिर परलोक किहड़ी गल? जिथे किथे जिथे हर आराध्य तिथे हर मित सहाई, उत्थे ही सहायता करन नूं समर्थ है गुरु साहब सच्चे पातशाह जी दा नाम। सो ऐसा प्रभ सेव सदा तू अपना। कहते भाई दूसरिਆਂ ਨੂੰ ਛੱਡ, ਇਹ अपना प्रभु है, अपना मालक है। धन गुरु ग्रंथ साहब की बाणी तू होर ना थां ते भड़कदा फिरदा, की लेंगे कबरां ते चादरां पा पा के, मड़ियां ते जा के। एडी वड्डी तैनूं शक्ति का समुंदर बख्शिया है, तू ये शक्ति तो वांझा ही रह जाएगा। नहीं भाई, धन गुरु रामदास महाराज सच्चे पातशाह जी फरमाउंदे ने, तू भाई ऐसे प्रभु नूं दिन रात जपिया कर, सेविया कर, ऐसे वाहिगुरु नूं रहाओ विश्राम दे के कृपा करते हैं। जा मैं सब निधान सो हर जप मन मेरे। जिहदे विच सारे खजाने ने, कमी कोई है नहीं,
ਜੋ ਮਰਜ਼ੀ ਮੰਗ ਲੈ ਇੱਥੋਂ, ਉਹੋ ਹੀ ਤੈਨੂੰ ਪ੍ਰਾਪਤ ਹੋ ਜਾਣਾ ਹੈ। ਇਸ ਵਾਸਤੇ ਕਹਿੰਦੇ ਭਾਈ ਐਸੇ ਪ੍ਰਭੂ ਮੇਰੇ ਮਾਲਕ ਨੂੰ, ਐਸੇ ਮੇਰੇ ਵਾਹਿਗੁਰੂ ਨੂੰ ਹਮੇਸ਼ਾ ਵਾਸਤੇ ਜਪਿਆ ਕਰ। ਗੁਰਮੁਖ ਖੋਜ ਲਹੋ ਹਰ ਰਤਨਾ। ਵਾਹਿਗੁਰੂ ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ RAM, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ RAM। ਇਹ ਰਤਨ ਕਹਿੰਦੇ ਖੋਜ ਲਾ, ਲੱਭ ਲਾ, ਇਹ ਤੈਨੂੰ ਰਤਨਾਂ ਦਾ ਖਜ਼ਾਨਾ ਬਖਸ਼ ਦਿੱਤਾ ਮਹਾਰਾਜ ਨੇ। ਇਸ ਕਰਕੇ ਹੇ ਮੇਰੇ ਮਨਾ, ਗੁਰਮੁਖ ਖੋਜ ਲਾਹੋ ਹਰ ਰਤਨਾ। ਕਹਿੰਦੇ ਇਹ ਬੇਕੀਮਤੀ ਰਤਨ ਹੈ ਪ੍ਰਮਾਤਮਾ ਦਾ ਨਾਮ। ਇਹ ਗੁਰਮੁਖ ਪਿਆਰਿਓ ਗੁਰੂ ਕੀ ਬਾਣੀ ਦੇ ਵਿੱਚੋਂ ਲੱਭ ਕੇ ਵਾਹਿਗੁਰੂ ਨਾਮ ਨੂੰ ਜਪਣਾ ਕਰੋ। ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ। ਉਹ ਮੇਰਾ ਮਾਲਕ ਕਹਿੰਦੇ ਜਿਹਨੇ ਉਹਦੀ ਆਰਾਧਨਾ ਕੀਤੀ, ਬਾਰ ਬਾਰ ਵਾਹਿਗੁਰੂ 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 ਜਪਿਆ, ਕਹਿੰਦੇ ਉਹਨੇ ਉਹਦੀ ਪ੍ਰਾਪਤੀ ਕਰ ਲਈ। ਉਹਦੇ ਵਿੱਚ ਇਹ ਭੇਦ ਹੋ ਗਿਆ। ਐਸਾ ਮੇਰਾ ਸੁਆਮੀ ਮਾਲਕ ਦਿਆਲੂ ਹੈ, ਜਪਣ ਕਰਕੇ ਉਹ ਨਹੀਂ ਵੇਖਦਾ ਜਾਤ, ਉਹ ਨਹੀਂ ਵੇਖਦਾ ਗੋਤ। ਭਗਤ ਰਵਿਦਾਸ ਜੀ ਵਰਗਿਆਂ ਨੂੰ ਜੁੱਤੀਆਂ ਗੰਢਦਿਆਂ ਨੂੰ ਜਾ ਕੇ ਉਹਦੀਆਂ ਝੁੱਗੀਆਂ ਵਿੱਚ ਮਿਲ ਗਿਆ ਜਾ ਕੇ, ਤੇ ਵੱਡੇ ਵੱਡੇ ਮੌਕੇ ਦੇ ਸ਼ਹਿਨਸ਼ਾਹ ਬਾਦਸ਼ਾਹ ਉਸੇ ਹੀ ਭਗਤ ਰਵਿਦਾਸ ਜੀ ਦੇ ਆ ਕੇ ਚਰਨਾਂ ਤੇ ਮੱਥੇ ਰਗੜਨ ਲੱਗ ਪਏ। ਐਸਾ ਮੇਰਾ ਸਤਿਗੁਰੂ ਸੁਆਮੀ ਮਾਲਕ ਹੈ, ਜਿਨ੍ਹਾਂ ਨੇ ਵੀ ਉਹਦੀ ਆਰਾਧਨਾ ਕੀਤੀ ਹੈ ਉਹਨਾਂ ਨੂੰ ਉਹਦੀ ਪ੍ਰਾਪਤੀ ਹੋ ਗਈ ਵਾਹਿਗੁਰੂ ਦੀ। ਤਿਨ ਕੇ ਚਰਨ ਮਲਹੋ ਹਰ ਦਸਨਾ। ਕਹਿੰਦੇ ਭਾਈ ਐਸੇ ਪ੍ਰਭੂ ਦੇ ਪਿਆਰੇ ਜਿਨ੍ਹਾਂ ਨੇ ਆਪ ਨਾਮ ਜਪਿਆ ਹੈ, ਤੇ ਜਿਹੜੇ ਜਿਨ੍ਹਾਂ ਨੇ ਇਹ ਦੱਸਣਾ ਕੀਤਾ ਹੈ। ਹਜੂਰ ਫਰਮਾਉਂਦੇ ਹਨ ਕਿ ਭਾਈ ਤਿਨ ਕੇ ਚਰਨ ਮਲਹੋ ਹਰ ਦਸਨਾ, ਜਿਹਨੇ ਹਰ ਦੱਸਣਾ ਕੀਤਾ ਹੈ, ਵਾਹਿਗੁਰੂ ਦਾ ਰਸਤਾ ਦੱਸਣਾ ਕੀਤਾ ਹੈ। ਕਹਿੰਦੇ ਐਸੇ ਗੁਰੂ ਕੇ ਪਿਆਰਿਆਂ ਦੇ ਚਰਨ ਮਲ ਮਲ ਕੇ ਧੋਈਏ, ਉਹਨਾਂ ਦੀ ਸੇਵਾ ਕਰੀਏ, ਤੇ ਆਪਣੀ ਮਤ ਤੇ ਬੁੱਧ ਦੇ ਨਾਲ ਸਾਧ ਸੰਗਤ ਜੀ ਉਸ ਗੁਰੂ ਕੇ ਪਿਆਰਿਆਂ ਦੀ ਸ਼ਰਨ ਵਿੱਚ ਆ ਕੇ ਆਪਣੇ ਆਪ ਨੂੰ ਮਲ ਮਲ ਕੇ ਉਹਦੀ ਚਰਨਾਂ ਵਿੱਚ ਪਾ ਦਈਏ। ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਜਪਣ ਵਾਲਿਆਂ ਦੀ ਏਡੀ ਮਹਿਮਾ ਦਰਸਾਈ ਹੈ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਈ ਉਸ ਵਾਹਿਗੁਰੂ ਦੇ ਪਿਆਰਿਆਂ ਨੂੰ, ਉਹਨਾਂ ਨੂੰ ਮਲ ਮਲ ਕੇ ਉਹਨਾਂ ਦੇ ਚਰਨ ਧੋ ਕੇ ਮਲਣਾ ਕਰੀਏ। ਸ਼ਬਦ ਪਛਾਣ ਰਾਮ ਰਸ ਪਾਵੋ। ਕਿ ਭਾਈ ਸ਼ਬਦ ਦੀ ਪਛਾਣ ਕਰੋ। ਕੋਈ ਝੂਠੇ ਹੀ ਸ਼ਬਦ ਦੇਈ ਜਾਂਦੇ ਆ, ਉਹ ਸ਼ਬਦ ਨਹੀਂ। ਕਿਹੜਾ ਸ਼ਬਦ ਹੈ ਭਾਈ? ਸਿੱਖੋ ਸ਼ਬਦ ਪਿਆਰਿਓ, ਜਿਹੜਾ ਸ਼ਬਦ ਗੁਰੂ ਨੇ ਦਿੱਤਾ ਹੈ ਉਹ ਸ਼ਬਦ ਹੈ ਗੁਰਬਾਣੀ। ਇਸ ਵਾਸਤੇ ਭਾਈ ਪਹਿਲਾਂ ਪਛਾਣ ਕਰੋ ਕਿ ਗੁਰਬਾਣੀ ਦਾ ਸ਼ਬਦ ਹੈ, ਕਿਉਂਕਿ ਇਹ ਬਾਣੀ ਬੋਲਣ ਦਾ ਨਾਮ ਬਾਣੀ ਹੈ, ਬਾਣੀ ਵੇਦਾਂ ਦੀ ਬਾਣੀ ਹੈ, ਹੋਰ ਬਾਣੀਆਂ ਹੈਗੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਹੜੀ ਬਾਣੀਆਂ ਤੋਂ ਸ਼੍ਰੋਮਣੀ ਬਾਣੀ ਹੈ, ਬਾਣੀਆਂ ਤੋਂ ਉੱਚੀ ਬਾਣੀ ਹੈ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਇਸ ਕਰਕੇ ਪਹਿਲਾਂ ਇਹਦੀ ਪਛਾਣ ਕਰਕੇ ਕਿ ਇਹ ਸ਼ਬਦ ਦਾ ਪਛਾਣ ਕਰਨਾ ਹੈ, ਫਿਰ ਉਸ ਰਾਮ ਨੂੰ ਵਾਹਿਗੁਰੂ ਨੂੰ ਜਪਣਾ ਕਰੀਏ। ਉਹ ਉਤਮ ਸੰਤ ਭਇਓ ਵੱਡ ਵੱਡਨਾ। ਕਹਿੰਦੇ ਭਾਈ ਉਹ ਉਤਮ ਤੋਂ ਉਤਮ ਹੈ, ਉਹ ਸਾਧੂ ਮਹਾਤਮਾ ਵੀ ਉਤਮ ਹੈ, ਤੇ ਉਹ ਵੱਡੇ ਤੋਂ ਵੱਡਾ ਹੈ। ਵੱਡ ਭਾਗ ਜਿਹੜੀ ਸਾਡੀ ਵੱਡਪੁਣਾ ਨਾ ਸਾਡੇ ਵਿੱਚ ਹੰਕਾਰ ਹੈ, ਇਹਨੂੰ ਵੀ ਤੋੜ ਦਿੰਦਾ। ਉਹ ਇਹਨੂੰ ਤੋੜ ਕੇ ਸ੍ਰੇਸ਼ਟ ਮਨ ਨਿਮਰਤਾ ਵਾਲਾ ਗੁਣ ਚੰਗਿਆਈਆਂ ਤਤ ਬਖਸ਼ ਦਿੰਦਾ। ਮਿੱਠ ਤਿਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ, ਇਹ ਬਖਸ਼ ਦਿੰਦਾ ਹੈ। ਇਸ ਜਾਣ ਕੀ ਵਡਿਆਈ ਹਰ ਆਪ ਵਧਾਈ। ਕਹਿੰਦੇ ਭਾਈ ਉਹਨਾਂ ਜਨਾਂ ਦੀ ਵਡਿਆਈ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ, ਉਹਨਾਂ ਦੀ ਵਡਿਆਈ ਪ੍ਰਮਾਤਮਾ ਆਪ ਵਧਾ ਦਿੰਦੇ, ਵੱਡੀ ਵਡਿਆਈ ਕਰ ਦਿੰਦੇ ਹਨ ਉਹਦੀ। ਉਹ ਘਟ ਨਾ ਕਿਸੈ ਕੀ ਘਟਾਈ, ਇੱਕ ਤਿਲ ਤਿਲ ਤਿਲਣਾ। ਜਿਹੜੀ ਉਹਨਾਂ ਦੀ ਵਡਿਆਈ ਹੈ ਨਾ, ਕਹਿੰਦੇ ਭਾਈ ਉਹ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਵਡਿਆਈ ਇੱਕ ਤਿਲ ਮਾਤਰ ਵੀ ਕੋਈ ਈਰਖਾ ਨਾਲ, ਕੋਈ ਬਖੀਲੀ ਨਾਲ, ਕੋਈ ਜ਼ੋਰ ਨਾਲ, ਸ਼ਕਤੀ ਨਾਲ ਘਟਾ ਨਹੀਂ ਸਕਦਾ। ਉਹਨਾਂ ਦੀ ਵਡਿਆਈ ਤਾਂ ਦਿਨ ਦਿਨ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ, ਕੋਈ ਮੇਟ ਹੀ ਨਹੀਂ ਸਕਦਾ। ਜਿਸ ਤੇ ਸੁਖ ਪਾਵੈ ਮਨ ਮੇਰੇ, ਉਸ ਨਾਮ ਨੂੰ ਜਪ ਕੇ ਮੇਰੇ ਮਨਾ ਸੁਖ ਪਾਉਣਾ ਕਰ। ਸੋ ਸਦਾ ਧਿਆਏ ਨਿਤ ਕਰ ਜੁਰਨਾ। ਸੋ ਉਸ ਨੂੰ ਭਾਈ ਨਿਤਾ ਪ੍ਰਤੀ ਨਿਮਰਤਾ ਸਹਿਤ ਮਤ ਤੇ ਬੁੱਧ ਰੂਪੀ ਹੱਥ ਜੋੜ ਕੇ, ਪ੍ਰਤੱਖ ਵੀ ਹੱਥ ਜੋੜ ਕੇ ਨਿਮਰਤਾ ਸਹਿਤ ਉਹਦੇ ਨਾਲ ਜੁੜਿਆ ਕਰ।
ਹੱਥ ਜੋੜ ਕੇ ਉਹਨੂੰ ਜਪਿਆ ਕਰ। ਜਨ ਨਾਨਕ ਕਉ ਹਰ ਦਾਨ ਇੱਕ ਤੇ ਦੀਜੈ। ਫਿਰ ਹੱਥ ਜੋੜ ਕੇ ਬੇਨਤੀ ਕਰੀਏ, ਅਰਦਾਸ ਕਰੀਏ ਕਿ ਸਤਿਗੁਰੂ ਜੀ ਸਾਡੇ ਉੱਪਰ ਇੱਕ ਕਿਰਪਾ ਕਰ ਦਿਓ, ਸਾਨੂੰ ਇੱਕ ਦਾਨ ਦੇ ਦਿਓ, ਸਾਡਾ ਦਾਵਾ ਕੋਈ ਨਹੀਂ, ਆਪ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰ ਦਿਓ। ਨਿਤ ਬਸ ਹਿਰਦੈ ਹਰੀ ਮੋਹਿ ਚਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਇਹ ਚਰਨ ਸ਼ਬਦ ਰੂਪ ਚਰਨ, ਚਿੱਤ ਚਰਨ ਨਾਮ, ਇਹ ਚਿੱਤ ਦੇ ਵਿੱਚ ਵਸਣ ਵਾਲਾ ਜਿਹੜਾ ਨਾਂ ਚਰਨ ਹੈ ਉਹ ਹੈ ਨਾਮ। ਮਹਾਰਾਜ ਸਾਡੇ ਤੇ ਕਰ ਦਿਓ ਕਿਰਪਾ, ਰਹਿਮਤ ਕਰ ਦਿਓ। ਸਾਡੀ ਬੇਨਤੀ ਅਰਦਾਸ ਹੈ ਸਾਡੇ ਹਿਰਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਵੀ ਦਾ ਪਵਿੱਤਰ ਨਾਮ ਵਸ ਜਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਹੈ। ਵਿਚਾਰ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਗੁਰੂ ਕੀ ਸੰਗਤ ਬਖਸ਼ ਲਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦੇਣ ਜੀ। ਜਿਸ ਤੇ ਸੁਖ ਪਾਵੈ ਮਨ ਮੇਰੇ, ਸੋ ਸਦਾ ਧਿਆਏ ਨਿਤ ਕਰ ਜੁਰਨਾ। ਜਨ ਨਾਨਕ ਕੋ ਹਰ ਦਾਨ ਇੱਕ ਦੀਜੈ, ਨਿਤ ਬਸ ਹਿਰਦੈ ਹਰੀ ਮੋਹਿ ਚਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।